ਸ੍ਰੀ ਵਾਹਿਗੁਰੂ ਜੀ। ਸੁਬੇਗ ਸਿੰਘ ਜੰਬਰ ਭਇਓ ਸਿੱਖ ਮਦ ਮਜ਼ਬੂਤ। ਸੁਬੇਗ ਸਿੰਘ ਜੰਬਰ ਨਾਮ ਦਾ ਇੱਕ ਮਹਾਨ ਸਿੰਘ ਸਿੱਖੀ 'ਚ ਬੜਾ ਮਜ਼ਬੂਤ ਭਾਵ ਦ੍ਰਿੜ ਇਰਾਦੇ ਵਾਲਾ ਸਿੰਘ ਹੋਇਆ ਹੈ। ਵੈਪੀ ਸਤਿਗੁਰ ਸਿੱਖ ਹੋਤਾ ਜਿਸ ਕੋ ਥੋਤੈ ਪੂਤ। ਉਹਦੇ ਮਾਤਾ ਪਿਤਾ ਵੀ ਗੁਰਸਿੱਖ ਹੀ ਸਨ। ਸਿੱਖਾਂ ਦੇ ਘਰ ਹੀ ਸੁਬੇਗ ਸਿੰਘ ਦਾ ਜਨਮ ਹੋਇਆ ਸੀ ਤੇ ਅੱਗੇ ਉਹਦੇ ਪੁੱਤਰ ਵੀ ਸਿੱਖ ਹੋਏ ਹਨ। ਬਾਲ ਅਵਸਥਾ ਸੁਤ ਫਾਰਸੀ ਪੜਾਇਓ। ਕਹਿੰਦੇ ਇਹਦਾ ਇੱਕ ਲੜਕਾ ਸੀਗਾ ਸ਼ਾਹਬਾਜ਼ ਸਿੰਘ, ਬੱਚਾ ਸੀਗਾ ਛੋਟਾ, ਤੇ ਉਹਨਾਂ ਦਿਨਾਂ ਵਿੱਚ ਫਾਰਸੀ ਜਿਹੜੀ ਸੀ ਉਹ ਹੀ ਵਿਦਿਆ ਜਿਹੜੀ ਸੀ ਸਕੂਲਾਂ ਕਾਲਜਾਂ 'ਚ ਪੜ੍ਹਾਈ ਜਾਂਦੀ ਸੀ। ਕਿਉਂਕਿ ਭਾਈ ਸੁਬੇਗ ਸਿੰਘ ਜੀ ਜ਼ਕਰੀਆ ਖਾਨ ਦੇ ਕੋਲ ਵਕੀਲ ਵੀ ਰਹੇ ਹਨ, ਕੋਤਵਾਲ ਵੀ ਰਹੇ ਹਨ, ਤੇ ਲਾਹੌਰ ਦੇ ਵਿੱਚ ਬਹੁਤ ਵੱਡੇ ਕਹਿ ਲਓ ਵੀ ਵਪਾਰੀ ਵੀ ਸਨ। ਬਹੁਤ ਜ਼ਿਆਦਾ ਉਹਨਾਂ ਦਾ ਕਾਰੋਬਾਰ ਵੀ ਸੀਗਾ। ਇਸ ਕਰਕੇ ਆਪਣੇ ਬੱਚੇ ਨੂੰ ਚੰਗੇ ਸਕੂਲ ਵਿੱਚ ਕਾਲਜ ਵਿੱਚ ਪੜ੍ਹਾਉਣਾ ਉਹਨਾਂ ਦੀ ਜ਼ਿੰਮੇਵਾਰੀ ਸੀ। ਇਹ ਮਿਲਵਰਤਨੀਏ ਸਿੰਘ ਸਨ। ਦੋ ਤਰ੍ਹਾਂ ਦੇ ਸਿੰਘ ਸਨ ਉਸ ਵੇਲੇ। ਇੱਕ ਬਾਗੀ ਖਾਲਸਾ ਸੀ ਜਿਹੜਾ ਸਰਕਾਰ ਦੀ ਪਰਵਾਹ ਨਹੀਂ ਸੀ ਕਰਦਾ। ਇੱਕ ਉਹ ਸਨ ਜਿਨ੍ਹਾਂ ਨੂੰ ਤਨਖਾਹੀਏ ਕਹਿੰਦੇ ਆ। ਉਹ ਸਰਕਾਰ ਕੋਲ ਰਹਿ ਕੇ ਤਨਖਾਹ ਲੈ ਕੇ ਗੁਜ਼ਾਰਾ ਵੀ ਕਰਦੇ ਸੀ ਤੇ ਸਿੰਘਾਂ ਨਾਲ ਪ੍ਰੇਮ ਵੀ ਰੱਖਦੇ ਸੀ। ਭਾਈ ਸੁਬੇਗ ਸਿੰਘ ਉਹਨਾਂ ਵਿੱਚੋਂ ਸੀਗਾ, ਪਰ ਅੰਦਰੋਂ ਭਾਵਨਾ ਸਿੱਖੀ ਪ੍ਰਤੀ ਬਹੁਤ ਸੀ। ਉਹਦੀ ਸ਼ਰਧਾ ਪੰਥ ਖਾਲਸੇ ਵਾਸਤੇ, ਪੰਥ ਦਾ ਹਮਦਰਦੀ ਸੀ। ਰਹਿੰਦਾ ਸਰਕਾਰ ਨਾਲ ਮਿਲ ਕੇ ਸੀਗਾ। ਸੋ ਉਹ ਫਾਰਸੀ ਉਹਦਾ ਬੱਚਾ ਮਕਤਬ ਦੇ ਵਿੱਚ, ਅੱਜ ਕੱਲ੍ਹ ਆਪਾਂ ਕਾਲਜ ਕਹਿੰਦੇ ਆ, ਪਹਿਲਾਂ ਮਕਤਬ ਮਦਰਸੇ ਕਹਿੰਦੇ, ਉਹਦੇ 'ਚ ਉਹ ਫਾਰਸੀ ਪੜ੍ਹਦਾ ਸੀ। ਫਿਰ ਮਦ ਕਚਹਿਰੀ ਉਸੇ ਰਹਾਇਓ। ਫਿਰ ਉਹ ਕਚਹਿਰੀ ਦੇ ਵਿੱਚ ਵੀ ਨੌਕਰੀ ਕਰਦਾ ਸੀਗਾ। ਬੱਚਾ ਫਾਰਸੀ ਪੜ੍ਹ ਕੇ ਬਹੁਤ ਵੱਡਾ ਵਿਦਵਾਨ ਬਣ ਗਿਆ। ਪਿਤਾ ਵੀ ਚੰਗੇ ਗੁਰਮੁਖ ਸਨ ਤੇ ਬੱਚਾ ਵੀ ਚੰਗਾ ਵਿਦਵਾਨ ਸੀ। ਵੈ ਹੁਤੋ ਮੁਲਕ ਕਰਤ ਅਜਾਰਾ। ਭਾਈ ਸਾਹਿਬ ਜੀ, ਭਾਈ ਸਾਹਿਬ ਸੁਬੇਗ ਸਿੰਘ ਜੀ ਦਾ ਕੰਮ ਸੀ ਅਜਾਰੇਦਾਰੀ ਦਾ, ਠੇਕੇਦਾਰੀ ਦਾ। ਉਹ ਲਾਹੌਰ ਦੇ ਵਿੱਚ ਵੱਡੇ ਠੇਕੇਦਾਰ ਸਨ। ਰਹਤੇ ਥੇ ਲਾਹੌਰ ਮਜਾਰਾ। ਉਹ ਲਾਹੌਰ ਸ਼ਹਿਰ 'ਚ ਰਹਿੰਦੇ ਸਨ। ਜਿਹੜੇ ਲਾਹੌਰ ਦੇ ਗੁਰਦੁਆਰੇ ਹਨ, ਗੁਰਦੁਆਰਾ ਡੇਰਾ ਸਾਹਿਬ ਆਦਿਕ, ਇਹਨਾਂ ਦੀ ਉਹ ਸੇਵਾ ਸੰਭਾਲ ਵੀ ਕਰਦੇ ਸਨ। ਤੁਰਕ ਉਸੇ ਖਾਲਸੋ ਵੱਲ ਤੋਰੈ। ਸੋ ਜਦੋਂ ਕਿਤੇ ਤੁਰਕਾਂ ਨੂੰ ਲੋੜ ਪੈਂਦੀ ਸੀ ਨਾ ਵੀ ਸਿੰਘਾਂ ਨਾਲ ਗੱਲਬਾਤ ਕਰਨੀ ਹੈ, ਖਾਲਸੇ ਪੰਥ ਨਾਲ ਸੁਲ੍ਹਾ ਕਰਨੀ ਹੈ, ਕੋਈ ਸਿੰਘਾਂ ਨਾਲ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ, ਉਦੋਂ ਸੁਬੇਗ ਸਿੰਘ ਨੂੰ ਹੀ ਅੱਗੇ ਕਰਦੇ ਸਨ। ਜਦੋਂ ਪਿੱਛੇ ਆਪਾਂ ਕਥਾ ਸੁਣ ਚੁੱਕੇ ਹਾਂ ਵੀ ਨਵਾਬੀ ਦਾ ਖਿਤਾਬ ਆਇਆ ਸੀ ਬਾਬਾ ਜੀ ਕਪੂਰ ਸਿੰਘ ਵਾਸਤੇ, ਉਹ ਖਿਤਾਬ ਵੀ ਸੁਬੇਗ ਸਿੰਘ ਹੀ ਲੈ ਕੇ ਆਇਆ ਸੀ। ਔਰ ਇਹ ਕਈ ਸਿੰਘ ਸਨ, ਇਹ ਇਕੱਲਾ ਇਹ ਨਹੀਂ ਸੀ। ਇੱਕ ਸੂਰਤ ਸਿੰਘ ਨਾਮ ਦਾ ਸਿੰਘ ਸੀ, ਜਿਹਨੂੰ ਆਪਾਂ ਦਮਦਮੀ ਟਕਸਾਲ ਦੇ ਜਿਹੜੇ ਆਪਾਂ ਲਿਸਟ ਪੜ੍ਹਦੇ ਆ ਨਾ ਪੁਰਾਣੇ ਸਿੰਘਾਂ ਦੀ, ਮੁਖੀਆਂ ਦੀ, ਉਹਦੇ 'ਚ ਭਾਈ ਸੂਰਤ ਸਿੰਘ ਦਾ ਵੀ ਜ਼ਿਕਰ ਆਉਂਦਾ ਹੈ। ਉਹ ਵੀ ਲਾਹੌਰ 'ਚ ਹੀ ਰਹਿੰਦੇ ਸਨ ਤੇ ਲਾਹੌਰ ਦੇ ਵਿੱਚ ਦੀਵਾਨ ਕੌੜਾ ਮੱਲ ਅਤੇ ਲੱਛੀ ਰਾਮ, ਭਾਈ ਸੂਰਤ ਸਿੰਘ, ਇਸੇ ਤਰ੍ਹਾਂ ਹੀ ਭਾਈ ਸੁਬੇਗ ਸਿੰਘ, ਬਹੁਤ ਸਾਰੇ ਸਹਿਜਧਾਰੀ ਸਿੱਖ ਤੇ ਅੰਮ੍ਰਿਤਧਾਰੀ ਸਿੱਖ ਸਰਕਾਰ ਦੇ ਉੱਥੇ ਨਾਲ ਮਿਲਵਰਤਨ ਰੱਖਦੇ ਸਨ। ਉਹ ਰਾਜਨੀਤੀ ਦੀ ਇੱਕ ਚਾਲ ਵੀ ਸੀ ਵੀ ਤਾਂ ਕਿ ਇੱਥੋਂ ਦਾ ਵੀ ਪਤਾ ਲੱਗਦਾ ਰਹੇ ਵੀ ਇਹ ਕੀ ਕੁਝ ਕਰ ਰਹੇ ਆ ਖਾਲਸੇ ਦੇ ਖਿਲਾਫ। ਜਿਹਦੇ ਪੰਥ ਦੇ ਖਿਲਾਫ ਕੋਈ ਚਾਲ ਚੱਲੀ ਜਾਂਦੀ ਸੀ ਤੇ ਇਹ ਸਿੰਘ ਜਾਂ ਭਾਈ ਕੌੜਾ ਮੱਲ ਜਾਂ ਲੱਛੀ ਰਾਮ, ਇਹ ਡਾਕਟਰ ਭਾਈ ਵੀਰ ਸਿੰਘ ਜਿਹੜੇ ਹੋਏ ਨਾ, ਇਹ ਕੌੜਾ ਮੱਲ ਦੀ ਔਲਾਦ ਵਿੱਚੋਂ ਹੋਏ। ਇਹ ਗੁਰੂ ਘਰ ਨੂੰ ਮੰਨਣ ਵਾਲਾ ਹੋਇਆ ਦੀਵਾਨ ਕੌੜਾ ਮੱਲ। ਇਸੇ ਤਰ੍ਹਾਂ ਹੋਰ ਵੀ ਬੜੇ ਗੁਰਮੁਖ ਸਨ ਜਿਹੜੇ ਪੰਥ ਨਾਲ ਪ੍ਰੇਮ ਰੱਖਦੇ ਸਨ। ਜਦੋਂ ਕਿਤੇ ਸਿੰਘਾਂ ਨਾਲ ਗੱਲਬਾਤ ਕਰਨੀ ਹੁੰਦੀ ਸੀ ਪੰਥ ਖਾਲਸੇ ਨਾਲ, ਤਾਂ ਉਹ ਗੱਲਬਾਤ ਵਿੱਚ ਵਿਚੋਲਾ ਸੁਬੇਗ ਸਿੰਘ ਨੂੰ ਬਣਾਉਂਦੇ ਸੀ ਤੁਰਕ। ਖਾਲਸਾ ਵੀ ਤਿਸ ਕੋ ਪਲ ਲੋਰੈ। ਤੇ ਖਾਲਸਾ ਵੀ ਉਹਦੀ ਗੱਲ ਮੰਨ ਲੈਂਦਾ ਸੀ। ਪੰਥ ਖਾਲਸਾ ਸੁਬੇਗ ਸਿੰਘ ਦੀ ਗੱਲ ਨੂੰ ਟਾਲਦਾ ਨਹੀਂ ਸੀ। ਕਹਿੰਦੇ ਜਦੋਂ ਨਵਾਬੀ ਆਈ ਤੇ ਸਿੰਘ ਕਹਿੰਦੇ ਅਸੀਂ ਨਵਾਬੀ ਨਹੀਂ ਲੈਣੀ, ਅਸੀਂ ਤੇ ਪਾਤਸ਼ਾਹੀ ਲੈਣੀ ਹੈ। ਠੋਕਰਾਂ ਮਾਰਦੇ ਨਵਾਬੀ ਨੂੰ। ਸੁਬੇਗ ਸਿੰਘ ਹੱਥ ਜੋੜ ਕੇ ਖਲੋ ਗਿਆ। ਸਿੰਘੋ, ਖਾਲਸਾ ਜੀ ਤੁਹਾਡਾ ਵਚਨ ਸੱਤ ਹੈ, ਪਾਤਸ਼ਾਹੀ ਤੁਸੀਂ ਲੈਣੀ ਹੈ, ਗੁਰੂ ਨੇ ਦੇਣੀ ਹੈ, ਪਰ ਜਿਹੜੀ ਚੀਜ਼ ਆ ਰਹੀ ਹੈ ਉਹ ਤਾਂ ਨਾ ਮੋੜੋ। ਨਵਾਬੀ ਆਈ ਹੈ, ਇਹਨੂੰ ਕਿਉਂ ਧੱਕਾ ਮਾਰ ਦਿਓ, ਇਹ ਤਾਂ ਲੈ ਲਓ, ਪਾਤਸ਼ਾਹੀ ਵੀ ਆ ਜਾਏਗੀ। ਸਿੰਘ ਬੇਪਰਵਾਹ ਸਨ, ਕਹਿੰਦੇ ਅਸੀਂ ਪਾਤਸ਼ਾਹੀ ਲੈਣੀ ਹੈ। ਸੁਬੇਗ ਸਿੰਘ ਨੇ ਸਮਝਾਇਆ, ਖਾਲਸਾ ਜੀ ਰਾਜਨੀਤੀ ਕਹਿੰਦੀ ਜੋ ਮਿਲਦਾ ਉਹ ਨਹੀਂ ਛੱਡਣਾ ਚਾਹੀਦਾ, ਬਾਕੀ ਫਿਰ ਵੇਖੀ ਜਾਏਗੀ, ਕਿਹੜਾ ਆਪਾਂ ਇਸੇ ਨਵਾਬੀ ਤੇ ਬੈਠੇ ਰਹਿਣਾ। ਫੇਰ ਸਿੰਘਾਂ ਨੇ ਉਹਦੀ ਗੱਲ ਮੰਨ ਲਈ। ਜਿਹੜੀ ਗੱਲ ਕਹਿੰਦਾ ਸੀ ਸੁਬੇਗ ਸਿੰਘ, ਪੰਥ ਉਹਦੀ ਮੰਨ ਵੀ ਲੈਂਦਾ ਸੀ।
ਤੇ ਪੰਥ ਉਹਦੇ ਲਈ ਅਰਦਾਸ ਵੀ ਕਰਦਾ ਰਹਿੰਦਾ ਸੀ ਵੀ ਸੁਬੇਗ ਸਿੰਘ ਦੀ ਮਹਾਰਾਜ ਚੜ੍ਹਦੀ ਕਲਾ ਰੱਖਣ। ਕੋਈ ਤੁਰਕਨ ਪਰੈ ਜ਼ਰੂਰੀ ਕਾਮ, ਜੇ ਤੁਰਕਾਂ ਨੂੰ ਕੋਈ ਜ਼ਰੂਰੀ ਕੰਮ ਪੈਂਦਾ ਸੀ ਪੰਥ ਨਾਲ ਤੋ ਉਸ ਭੇਜੈ ਕਰ ਕਰ ਸਲਾਮ। ਤਾਂ ਉਹਨੂੰ ਭੇਜਦੇ ਸੀ ਸਲਾਮਾਂ ਕਰ ਕਰਕੇ। ਤੁਰਕ ਬੜੇ ਨੀਤੀਵਾਨ ਸਨ, ਉਹਨਾਂ ਨੂੰ ਪਤਾ ਸੀ ਵੀ ਸਿੰਘਾਂ ਨਾਲ ਕਈ ਵਾਰੀ ਸਾਨੂੰ ਲੜਨਾ ਪੈਂਦਾ, ਕਈ ਵਾਰੀ ਸੁਲ੍ਹਾ ਕਰਨੀ ਪੈਂਦੀ ਹੈ। ਜਦੋਂ ਸੁਲ੍ਹਾ ਕਰਨੀ ਪੈਂਦੀ ਉਹਲੇ ਸੁਬੇਗ ਸਿੰਘ ਕੰਮ ਆਉਂਦਾ, ਇਸ ਕਰਕੇ ਸੁਬੇਗ ਸਿੰਘ ਨੂੰ ਤੰਗ ਵੀ ਨਹੀਂ ਸੀ ਕਰਦੇ। ਬਹੁਤ ਬਾਰ ਸਿੰਘਨ ਪੈ ਆਇਓ, ਸੁਬੇਗ ਸਿੰਘ ਕਈ ਵਾਰ ਖਾਲਸੇ ਦੇ ਕੋਲ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਂ ਜਿੱਥੇ ਵੀ ਪੰਥ ਖਾਲਸਾ ਜੰਗਲਾਂ 'ਚ ਹੁੰਦਾ ਸੀ ਉੱਥੇ ਆ ਕੇ ਸਿੰਘਾਂ ਨਾਲ ਗੱਲਬਾਤ ਸਰਕਾਰ ਦੀ ਕਰਾਇਆ ਕਰਦਾ ਸੀ। ਸੋ ਸਿੰਘਨ ਕੰਮ ਨਹਿ ਚਹਿ ਗਰਾਇਓ, ਸੋ ਸਿੰਘਨ ਕੰਮ ਨਹਿ ਚਹਿ ਗਵਾਇਓ। ਸੁਬੇਗ ਸਿੰਘ ਦੇ ਉੱਤੇ ਵਿਸ਼ਵਾਸ ਸੀਗਾ ਪੰਥ ਨੂੰ ਵੀ ਇਹ ਸਿੰਘਾਂ ਦਾ ਕੰਮ ਗਵਾਉਣ ਵਾਲਾ ਨਹੀਂ। ਭਾਵੇਂ ਸਰਕਾਰੀ ਬੰਦਾ ਹੈ, ਉੱਥੇ ਇਹਦੀ ਬੈਠਣ ਉੱਠਣਾ ਜ਼ਕਰੀਆ ਖਾਨ ਦੇ ਨਾਲ, ਪਰ ਇਹ ਬੰਦਾ ਪੰਥ ਦਾ ਬੁਰਾ ਨਹੀਂ ਹੋਣ ਦੇਵੇਗਾ। ਇਹ ਭਾਵੇਂ ਉਹਨਾਂ ਦੇ ਨਾਲ ਉਹਨਾਂ ਦੇ ਮੂੰਹ ਤੇ ਕੁਝ ਵੀ ਕਹਿਣਾ ਪੈਂਦਾ ਇਹਨੂੰ, ਪਰ ਅੰਦਰੋਂ ਦਾ ਸਿੱਖ ਹੈ ਨਾ, ਇਹ ਅੰਦਰੋਂ ਇਹਦੀ ਭਾਵਨਾ ਪੰਥ ਖਾਲਸੇ ਪ੍ਰਤੀ ਸੁਚੇਤ ਹੈ, ਸੱਚੀ ਹੈ। ਹਾਂਜੀ, ਕਿਤ ਕੂਰਣ ਕਿਤ ਮਤਲਬ ਗਰੀਬੀ, ਕਿਉਂਕਿ ਕਈ ਵਾਰੀ ਤਾਂ ਤੁਰਕਾਂ ਨੂੰ ਆਪਣੇ ਮਤਲਬ ਦੀ ਯਾਰੀ ਨਿਭਾਣੀ ਪੈਂਦੀ ਹੈ। ਤੁਰਕ ਸਰਕਾਰ ਹੈ, ਉਹ ਵੀ ਅਕਸਰ ਉਹਨਾਂ ਨੂੰ ਵੀ ਦੇਖਣਾ ਪੈਂਦਾ ਉਤਰਾ ਚੜ੍ਹਾਅ ਪੰਜਾਬ ਦਾ ਕਿੱਦਾਂ ਦਾ ਮਾਹੌਲ ਹੈ। ਕਈ ਵਾਰੀ ਖਾਲਸਾ ਜੀ ਜਿਹੜੇ ਤੁਰਕ ਸਨ ਸਿੰਘਾਂ ਦੇ ਪੱਕੀ ਤਰ੍ਹਾਂ ਪੈਰੀ ਪੈ ਜਾਂਦੇ ਸੀ। ਅੱਜ ਤੋਂ ਬਾਅਦ ਨਹੀਂ ਕਹਿੰਦੇ ਕੋਈ ਗਲਤੀ ਹੁੰਦੀ, ਮਾਫ ਕਰ ਦਿਓ ਪਿਛਲੀਆਂ ਗੱਲਾਂ, ਹੁਣ ਤੁਹਾਡਾ ਹੀ ਰਾਜ, ਤੁਹਾਡਾ ਹੀ ਪਹਿਰਾ ਰਹੇਗਾ। ਜਦੋਂ ਮੀਰ ਮਨੂੰ ਆਇਆ, ਮੀਰ ਮਨੂੰ ਨੇ ਆਉਂਦਿਆਂ ਸਿੱਖਾਂ ਨਾਲ ਸੁਲ੍ਹਾ ਕੀਤੀ ਸੀ। ਇਹ ਗੱਲ ਬਹੁਤਿਆਂ ਨੂੰ ਨਹੀਂ ਪਤਾ, ਪਰ ਇਤਿਹਾਸ ਵਿੱਚ ਲਿਖੀ ਹੈ। ਮੀਰ ਮਨੂੰ ਨੇ ਆਉਂਦੇ ਸਾਰ 1748 ਦੇ ਵਿੱਚ ਉਹ ਮੁੱਖ ਮੰਤਰੀ ਬਣਿਆ ਪੰਜਾਬ ਦਾ। ਉਹਨੇ ਪੰਜਾਬ ਦੀ ਮਤਲਬ ਰਾਜ ਭਾਗ ਸੰਭਾਲਿਆ। ਗਵਰਨਰ ਸੰਭਾਲਦਿਆਂ ਸਾਰ ਸਿੱਖਾਂ ਨਾਲ ਸੁਲ੍ਹਾ ਕੀਤੀ, ਸਿੱਖਾਂ ਨੂੰ ਆਪਣੇ ਨਾਲ ਜੋੜ ਲਿਆ। ਤੇ ਮੀਰ ਮਨੂੰ ਦੀ ਮਦਦ ਤੇ ਉਹ ਸਿੰਘ ਸਾਰੇ ਲਾਹੌਰ ਪਹੁੰਚੇ ਸਨ। ਅਬਦਾਲੀ ਨਾਲ ਲੜਾਈ ਹੋਣੀ ਸੀ। ਮੀਰ ਮਨੂੰ ਪੰਜਾਬ ਦੇ ਵਿੱਚ ਦਿੱਲੀ ਵੱਲੋਂ ਮੁਗਲਾਂ ਦਾ ਬਣਾਇਆ ਹੋਇਆ ਗਵਰਨਰ ਸੀਗਾ, ਤੇ ਉਧਰੋਂ ਅਬਦਾਲੀ ਆ ਗਿਆ ਚੜ੍ਹ ਕੇ। ਅਬਦਾਲੀ ਦਾ ਹੁਣ ਮੁਕਾਬਲਾ ਕਰਨ ਦੀ ਤਾਕਤ ਨਹੀਂ ਸੀ ਮੀਰ ਮਨੂੰ 'ਚ, ਫੌਜਾਂ ਇੰਨੀਆਂ ਮਜ਼ਬੂਤ ਨਹੀਂ ਸੀ। ਉਹਨੇ ਸਿੱਖਾਂ ਨਾਲ ਸੁਲ੍ਹਾ ਕਰ ਲਈ ਵੀ ਸਿੰਘੋ ਤੁਸੀਂ ਮੇਰੀ ਮਦਦ ਕਰੋ ਤੇ ਮੈਂ ਤੁਹਾਡਾ ਸਦਾ ਹੀ ਕਰਜ਼ਾਈ ਰਵਾਂਗਾ। ਤੇ ਖਾਲਸੇ ਨੇ ਉਹਦੀ ਮਦਦ ਕੀਤੀ। ਪਰ ਜਦੋਂ ਮਦਦ ਕਰਨ ਸੁੱਖਾ ਸਿੰਘ ਹੋਰੀ ਗਏ ਨਾ ਲਾਹੌਰ ਸ਼ਹਿਰ, ਪਹਿਲਾਂ ਸਿੱਖਾਂ ਦੀ ਮੁਸਲਮਾਨਾਂ ਨਾਲ ਉੱਥੇ ਲੜਾਈ ਹੋ ਗਈ। ਉਹ ਇਉਂ ਹੋ ਗਈ ਵੀ ਜਦੋਂ ਸਿੰਘ ਸ਼ਹਿਰ 'ਚ ਵੜੇ ਤੇ ਉਹ ਗਊਆਂ ਮਾਰ ਰਹੇ ਸੀਗੇ। ਜਦੋਂ ਗਊਆਂ ਮਾਰਦੇ ਵੇਖੇ ਸਿੰਘ, ਉਹਨਾਂ ਦੇ ਗਲ ਪੈ ਗਏ। 8 ਬੰਦੇ ਉਹਨਾਂ ਦੇ ਸਿੰਘਾਂ ਨੇ ਮਾਰ ਦਿੱਤੇ, ਜਿਹੜੇ ਉਹ ਬੁੱਚੜ ਸੀਗੇ ਨਾ, ਝੜਕਾ ਦਿੱਤੇ। ਰੌਲਾ ਪੈ ਗਿਆ ਸ਼ਹਿਰ 'ਚ। ਮੀਰ ਮਨੂੰ ਨੂੰ ਲੋਕ ਕਹਿਣ ਲੱਗ ਪਏ ਵੀ ਇਹ ਤੂੰ ਸਿੱਖਾਂ ਨੂੰ ਬੁਲਾ ਲਿਆ, ਇਹਨਾਂ ਨੇ ਸਾਡੇ ਬੰਦੇ ਮਾਰਦੇ ਆ। ਫਿਰ ਮੀਰ ਮਨੂੰ ਨੇ ਉਹਨਾਂ ਨੂੰ ਚੁੱਪ ਕਰਾਇਆ ਵੀ ਕੋਈ ਨਹੀਂ, ਅਜੇ ਇਹਨਾਂ ਸਿੱਖਾਂ ਦੀ ਸਾਨੂੰ ਲੋੜ ਹੈ, ਬਾਅਦ 'ਚ ਦੇਖਾਂਗੇ। ਉਹ ਬਾਅਦ ਵਿੱਚ ਫਿਰ ਮੀਰ ਮਨੂੰ ਸਿੱਖਾਂ ਦਾ ਵੈਰੀ ਬਣ ਗਿਆ। ਇਹ ਕਥਾ ਸਾਰੀ ਪੰਥ ਪ੍ਰਕਾਸ਼ ਵਿੱਚ ਆਉਂਦੀ ਹੈ ਵਿਸਥਾਰ ਨਾਲ। ਸੋ ਇਦਾਂ ਜਦੋਂ ਵੀ ਕੋਈ ਗੱਲਬਾਤ ਹੁੰਦੀ ਸੀ ਨਾ ਸਿੰਘਾਂ ਨਾਲ ਸੁਲ੍ਹਾ ਕਰਨ ਦੀ, ਉਦੋਂ ਸਰਕਾਰ ਇਸੇ ਨੂੰ ਵਰਤਦੀ ਸੀ। ਕਿਤ ਬਲ ਕਰ ਕਿਤ ਛਲ ਕਰ ਲੀਬੀ, ਕਿਤੇ ਬਲ ਕਰਕੇ ਕਿਤੇ ਛਲ ਕਰਕੇ ਤੁਰਕ ਆਪਣਾ ਕੰਮ ਕੱਢਦੇ ਸੀ, ਸਿੱਖ ਆਪਣਾ ਕੱਢਦੇ ਸੀ। ਰਾਜਨੀਤੀ ਚੱਲਦੀ ਇਦਾਂ ਹੀ ਹੈ। ਹਾਂਜੀ, ਸੋ ਸਬਦੈ ਖਾਲਸੇ ਭੇਤ, ਅੰਦਰ ਦੀਆਂ ਸਾਰੀਆਂ ਗੱਲਾਂ ਦਾ ਸੁਬੇਗ ਸਿੰਘ ਨੂੰ ਪਤਾ ਹੁੰਦਾ ਸੀ। ਲਾਹੌਰ 'ਚ ਹੁਣ ਕੀ ਹੋ ਰਿਹਾ, ਕੌਣ ਕੀ ਕੁਝ ਕਰ ਰਿਹਾ, ਉਹ ਸਾਰੀਆਂ ਗੱਲਾਂ ਸੁਬੇਗ ਸਿੰਘ ਪੰਥ ਖਾਲਸੇ ਨੂੰ ਆ ਕੇ ਦੱਸਿਆ ਕਰਦਾ ਸੀ। ਉਤੋ ਪੰਥ ਸੋ ਅਤ ਬੜਹੇਤ, ਉਹਦਾ ਪੰਥ ਨਾਲ ਬਹੁਤ ਪ੍ਰੇਮ ਸੀ। ਗੁਰੂ ਕਲਗੀਧਰ ਦਾ ਸਿੰਘ ਸੀ ਉਹ, ਭਾਵੇਂ ਉਹਨੂੰ ਸਰਕਾਰੀ ਬੋਲੀ ਵੀ ਬੋਲਣੀ ਪੈਂਦੀ ਸੀ ਕਈ ਵਾਰੀ ਉੱਥੇ ਬਹਿ ਕੇ, ਪਰ ਉਹ ਅੰਦਰੋਂ ਪੰਥ ਦਾ ਹਿਤੈਸ਼ੀ ਸੀ। ਹਾਂਜੀ, ਪੰਥ ਖਾਤਰ ਤਨ ਮਨ ਧਨ ਲਾਵੈ, ਖਾਲਸੇ ਪੰਥ ਦੀ ਸ਼ਾਨ ਦੇ ਵਾਸਤੇ ਆਪਣਾ ਤਨ ਮਨ ਧਨ ਵਾਰਨ ਨੂੰ ਤਿਆਰ ਰਹਿੰਦਾ ਸੀ। ਨੈ ਪੁੱਤਰ ਪੋਤਰੇ ਕੋ ਹੇਤ ਰਖਾਵੈ, ਇੰਨਾ ਉਹਦਾ ਆਪਣੇ ਬੱਚਿਆਂ ਨਾਲ, ਆਪਣੇ ਪਰਿਵਾਰ ਨਾਲ, ਆਪਣੇ ਪੁੱਤਰ ਪੋਤਿਆਂ ਨਾਲ ਪਿਆਰ ਨਹੀਂ ਸੀ ਜਿੰਨਾ ਗੁਰੂ ਨਾਲ ਪਿਆਰ ਸੀ। ਹੁੰਦਾ ਵੀ ਇਦਾਂ ਹੀ ਹੈ, ਗੁਰਸਿੱਖੀ ਤਾਂ ਹੀ ਹੈ ਜੇ ਗੁਰੂ ਨਾਲ ਮੁੱਖ ਪਿਆਰ ਹੋਵੇ। ਤੇ ਗੁਰੂ ਨਾਲ ਮੁੱਖ ਸੀ ਉਹਦਾ ਪਿਆਰ, ਪਰਿਵਾਰ ਦੂਜੀ ਥਾਂ ਤੇ ਸੀ। ਹਾਂਜੀ, ਦੋਹਰਾ ਸੁਬੇਗ ਸਿੰਘ ਜੰਬਰ ਹੁਤੋ ਜਪੀ ਤਪੀ ਹਟਤਾਰ, ਸੁਬੇਗ ਸਿੰਘ ਜੰਬਰ ਜਿੱਥੇ
ਗੁਰਸਿੱਖੀ ਦਾ ਪ੍ਰੇਮੀ ਸੀ, ਜਪੀ ਤਪੀ ਹਠੀਆ ਵੀ ਸੀ, ਨਿਤਨੇਮੀ ਸੀ, ਬਾਣੀ ਪੜਨ ਵਾਲਾ, ਨਿਤਨੇਮ ਸਿਮਰਨ ਕਰਨ ਵਾਲਾ ਸਿੰਘ ਸੀ। ਜੈਸੀ ਕੀਨੀ ਤੁਰਕ ਨੇ ਸੋ ਅਬ ਸੁਣੋ ਵਿਚਾਰ। ਪਰ ਉਸ ਮਹਾਪੁਰਸ਼ ਦੇ ਨਾਲ ਵੀ ਤੁਰਕਾਂ ਨੇ ਭਲਾਈ ਨਹੀਂ ਕੀਤੀ, ਉਹਦੇ ਨਾਲ ਵੀ ਬੜਾ ਜ਼ੁਲਮ ਢਾਇਆ। ਉਹ ਸੁਣੋ ਕਥਾ। ਸੁਬੇਗ ਸਿੰਘ ਫੜ ਜੰਬਰ ਮੰਗਾਇਆ। ਸੁਬੇਗ ਸਿੰਘ ਜੰਬਰ ਨੂੰ ਵੀ ਗ੍ਰਿਫਤਾਰ ਕਰ ਲਿਆ ਤੁਰਕਾਂ ਨੇ ਸ਼ਹੀਦ ਕਰਨ ਵਾਸਤੇ। ਤਿਸ ਕਾ ਬੇਟਾ ਸਾਥ ਫੜਾਇਆ। ਨਾਲ ਉਹਦੇ ਪੁੱਤਰ ਸ਼ਾਹਬਾਜ ਸਿੰਘ ਨੂੰ ਵੀ ਫੜ ਲਿਆ। ਸੁਬੇਗ ਸਿੰਘ ਤੇ ਸ਼ਾਹਬਾਜ ਸਿੰਘ ਪਿਓ ਪੁੱਤਰ ਗ੍ਰਿਫਤਾਰ ਕੀਤੇ ਗਏ। ਕਹੋ ਨਵਾਬ ਤੁਮ ਆਵੋ ਦੀਨ। ਨਵਾਬ ਕਹਿਣ ਲੱਗਾ, ਦੇਖੋ ਸਿੱਖੋ, ਹੁਣ ਜੋ ਕੁਝ ਪਿੱਛੇ ਲੰਘ ਗਿਆ, ਟਾਈਮ ਲੰਘ ਗਿਆ, ਹੁਣ ਅਸੀਂ ਤੁਹਾਨੂੰ ਸਿੱਖ ਨਹੀਂ ਰਹਿਣ ਦੇਣਾ। ਹੁਣ ਤੂੰ ਮੁਸਲਮਾਨ ਬਣ ਜਾ। ਦੋਵੇਂ ਪਿਓ ਪੁੱਤਰ ਇਸਲਾਮ ਕਬੂਲ ਕਰ ਲਓ। ਲੇਵੋ ਦਾਮ ਓ ਕਾਮ ਓ ਜ਼ਮੀਨ। ਔਰ ਜੋ ਸਾਡੇ ਤੋਂ ਲੈਣਾ ਜ਼ਮੀਨ ਜਾਇਦਾਦ ਜਗੀਰ ਜਿੰਨੀ ਮਰਜ਼ੀ ਲੈ ਲਓ, ਤੁਹਾਨੂੰ ਪਹਿਲੇ ਨਾਲੋਂ ਵੀ ਉੱਚੇ ਅਹੁਦੇ ਦੇਾਂਗੇ, ਇਨਾਮ ਦੇਾਂਗੇ, ਪਰ ਮੁਸਲਮਾਨ ਬਣਨਾ ਪਏਗਾ। ਹੁਣ ਨਹੀਂ ਚੱਲੇਗਾ ਤੁਹਾਡਾ ਸਿੱਖੀ ਦਾ ਜਿਹੜਾ ਤੁਸੀਂ ਕਰਦੇ ਸੀ ਨਾ, ਵੀ ਸਿੱਖ ਬਣ ਕੇ ਨੌਕਰੀ ਕਰੀ ਗਏ, ਹੁਣ ਨਹੀਂ ਮੈਂ ਕਰਨ ਦਿਆਂਗਾ। ਨਹੀਂ ਤੋ ਮਰਨੋ ਕਰ ਮਨਜੂਰ। ਨਹੀਂ ਤਾਂ ਹੁਣ ਮਰਨਾ ਮਨਜ਼ੂਰ ਕਰ ਲਓ, ਮਾਰ ਦਿਆਂਗਾ। ਜੇ ਤੁਸੀਂ ਇਸਲਾਮ ਨਹੀਂ ਕਬੂਲ ਕਰੋਗੇ ਤਾਂ ਜਾਨ ਤੋਂ ਹੱਥ ਧੋ ਲੋਗੇ। ਚੜੋ ਚਰਖ ਗਿਰ ਹੋਵੋ ਚੂਰ। ਅਸੀਂ ਤੁਹਾਨੂੰ ਚਰਖੜੀ ਤੇ ਚਾੜ ਕੇ ਚੂਰ ਚੂਰ ਕਰ ਦਿਆਂਗੇ। ਚਰਖੜੀ ਦੇ ਉੱਤੇ ਘੁਮਾਇਆ ਜਾਂਦਾ ਸੀ ਨਾ ਜਦੋਂ, ਉਦੋਂ ਬੰਦੇ ਦੀਆਂ ਹੱਡੀਆਂ ਸਾਰੀਆਂ ਹੀ ਚੂਰ ਹੋ ਜਾਂਦੀਆਂ ਸਨ, ਕੜਕ ਹੋ ਜਾਂਦੀਆਂ ਸਨ। ਤੁਹਾਨੂੰ ਅਸੀਂ ਚਰਖੜੀ ਤੇ ਚਾੜਾਂਗੇ ਪਿਓ ਪੁੱਤਰਾਂ ਨੂੰ, ਤੇ ਚੂਰ ਚੂਰ ਕਰਕੇ ਮਾਰਾਂਗੇ ਤਸੀਹੇ ਦੇ ਦੇ ਕੇ। ਸੁਬੇਗ ਸਿੰਘ ਤਬ ਕੁਰਨਸ ਕਰੀ। ਇਹ ਸੁਣ ਕੇ ਭਾਈ ਸੁਬੇਗ ਸਿੰਘ ਜੀ ਬੋਲੇ, ਤਨ ਚਰਖੜੀ ਤਨ ਯਹ ਘਰੀ। ਕਹਿਣ ਲੱਗਿਆ, ਖਾਨ ਬਹਾਦਰ, ਇਹ ਘੜੀ ਵੀ ਧਨ ਹੈ ਤੇ ਚਰਖੜੀ ਵੀ ਧਨ ਹੈ, ਤੇ ਅਸੀਂ ਇਹਨੂੰ ਨਮਸਕਾਰ ਕਰਦੇ ਹਾਂ। ਇਹ ਚਰਖੜੀ ਧਨ ਹੈ ਜਿਹੜੀ ਸਾਡਾ ਸਿਦਕ ਪਰਖੇਗੀ, ਜਿਹੜੀ ਸਾਨੂੰ ਗੁਰੂ ਨਾਲ ਜੋੜੇਗੀ। ਮਰਨਾ ਤਾਂ ਹੈ ਹੀ ਹੈ, ਤੇ ਇਹ ਘੜੀ, ਇਹ ਪਲ, ਇਹ ਸਮਾਂ, ਇਹ ਜ਼ਿੰਦਗੀ ਦਾ ਧਨ ਸਮਝੀਏ। ਚਾਰ ਚਰਖੜੀ ਹਮੈ ਗਿਰਾਵੋ। ਚਰਖੜੀ ਤੇ ਚਾੜ ਕੇ ਸਾਨੂੰ ਤੋੜ ਦਿਓ, ਮਾਰ ਦਿਓ, ਸ਼ਹੀਦ ਕਰ ਦਿਓ। ਸੋ ਅਬ ਹਮਕੋ ਢੀਲ ਨਾ ਲਾਵੋ। ਦੇਰ ਨਾ ਲਾਓ, ਹੁਣ ਅਸੀਂ ਮਰਨ ਨੂੰ ਤਿਆਰ ਹਾਂ, ਪਰ ਸਾਨੂੰ ਇਹ ਨਾ ਕਹੋ ਵੀ ਮੁਸਲਮਾਨ ਬਣ ਜਾਓ। ਮੁਸਲਮਾਨ ਬਣਨਾ ਪ੍ਰਵਾਨ ਨਹੀਂ ਹੈ, ਮਰਨਾ ਪ੍ਰਵਾਨ ਹੈ। ਹਮ ਤੋ ਗੁਰ ਕੇ ਸਿੱਖ ਸਦਾਵੈ। ਅਸੀਂ ਤਾਂ ਕਲਗੀਧਰ ਪਾਤਸ਼ਾਹ ਦੇ ਸਿੰਘ ਹਾਂ ਤੇ ਸਿੰਘ ਹੀ ਬਣੇ ਰਹਾਂਗੇ। ਗੁਰ ਕੇ ਹੇਤ ਪ੍ਰਾਣ ਪਲ ਜਾਵੈ। ਗੁਰੂ ਵਾਸਤੇ ਜੇ ਸਾਡੇ ਪ੍ਰਾਣ ਜਾਂਦੇ ਐ ਤਾਂ ਜੀ ਸਦਕੇ ਜਾਣ। ਗੁਰੂ ਵਾਸਤੇ ਸਾਡੀ ਜਾਨ ਜਾਂਦੀ ਹੈ, ਜਾਵੇ, ਅਸੀਂ ਗੁਰੂ ਨੂੰ ਨਹੀਂ ਛੱਡਾਂਗੇ। ਧੰਨ ਨਵਾਬ ਧੰਨ ਤਵ ਦੀਨ। ਹੇ ਨਵਾਬ, ਤੇਰਾ ਦੀਨ ਤੈਨੂੰ ਮੁਬਾਰਕ ਹੈ। ਅਸੀਂ ਇਸਲਾਮ ਨੂੰ ਮਾੜਾ ਨਹੀਂ ਕਹਿੰਦੇ, ਧਰਮ ਸਾਰੇ ਚੰਗੇ ਹੈ। ਜਿੱਥੇ ਜਿੱਥੇ ਕਿਸੇ ਦੀ ਆਸਥਾ ਹੈ, ਜਿਹੜੇ ਧਰਮ 'ਚ ਕੋਈ ਜੀ ਰਿਹਾ, ਨੇਕੀ ਦੇ ਰਾਹ ਤੇ ਤੁਰ ਰਿਹਾ, ਉਹਨੂੰ ਮੁਬਾਰਕ, ਉਹਨੂੰ ਧੰਨ ਆਖਿਆ। ਧੰਨ ਗੁਰੂ ਨਾਨਕ ਸਾਹਿਬ ਨੇ ਕਿਸੇ ਧਰਮ ਨੂੰ ਇਹ ਨਹੀਂ ਆਖਿਆ ਵੀ ਆਪਣਾ ਧਰਮ ਬਦਲ ਕੇ ਮੇਰਾ ਚੇਲਾ ਬਣ ਜਾ। ਮੁਸਲਮਾਨਾਂ ਨੂੰ ਇਹ ਥੋੜਾ ਆਖਿਆ ਵੀ ਤੁਸੀਂ ਮੁਸਲਮਾਨ ਨਹੀਂ, ਧਰਮ ਛੱਡ ਕੇ ਸਿੱਖੀ ਜਾਓ, ਨਹੀਂ ਆਖਿਆ। ਬਲਕਿ ਆਖਿਆ ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੈ। ਜੇ ਕੋਈ ਹਿੰਦੂ ਹੈ ਤੇ ਉਹਨੂੰ ਇਹ ਨਹੀਂ ਆਖਿਆ ਵੀ ਤੂੰ ਹਿੰਦੂ ਧਰਮ ਛੱਡ ਕੇ ਮੇਰੇ ਕੋਲ ਆ ਜਾ, ਬਲਕਿ ਉਹਨੂੰ ਆਖਿਆ ਤੂੰ ਅਸਲ ਹਿੰਦੂ ਬਣ ਜਾ, ਨੇਕ ਬਣ ਜਾ। ਜੋ ਤੇਰੇ ਕੋਲ ਤੈਨੂੰ ਮਹਾਂਪੁਰਸ਼ਾਂ ਰਿਸ਼ੀਆਂ ਮੁਨੀਆਂ ਨੇ ਮਰਿਆਦਾ ਦੱਸੀ ਤੂੰ ਤੇ ਚੱਲ, ਭਲਾਈ ਕਰ। ਗੁਰੂ ਸਾਹਿਬ ਇਨਸਾਨ ਨੂੰ ਇਨਸਾਨ ਬਣਾਉਣ ਆਏ ਨੇ, ਧਰਮਾਂ ਦੀਆਂ ਕੰਧਾਂ ਪਾਉਣ ਖੜੀਆਂ ਕਰ ਨਹੀਂ ਆਏ। ਤੋ ਭਾਈ ਸੁਬੇਗ ਸਿੰਘ ਜੀ ਕਹਿੰਦੇ ਵੀ ਤੁਹਾਡਾ ਧਰਮ ਤੁਹਾਨੂੰ ਮੁਬਾਰਕ ਹੈ। ਅਸੀਂ ਕਹਿੰਦੇ ਇਸਲਾਮ ਬੜਾ ਚੰਗਾ ਤੇ ਤੁਸੀਂ ਇਸਲਾਮ 'ਚ ਪੱਕੇ ਰਹੋ, ਪਰ ਸਾਨੂੰ ਨਾ ਆਖੋ ਕੁਝ ਵੀ। ਸਾਨੂੰ ਗੁਰੂ ਨਾਨਕ ਨੇ ਜਿਹੜਾ ਰਾਹ ਦੱਸਿਆ, ਕਲਗੀਧਰ ਨੇ ਜਿਹੜਾ ਰਾਹ ਦੱਸਿਆ, ਅਸੀਂ ਉਹਦੇ ਤੇ ਚੱਲਾਂਗੇ। ਹਾਂਜੀ, ਆਦਲ ਹੈ ਤੂੰ ਬੜੋ ਪਰਬੀਨ। ਭਾਈ ਸੁਬੇਗ ਸਿੰਘ ਕਹਿੰਦੇ ਤੂੰ ਬੜਾ ਸਿਆਣਾ ਹੁਕਮਰਾਨ ਹੈ, ਤੈਨੂੰ ਪਤਾ ਹੋਣਾ ਚਾਹੀਦਾ ਵੀ ਕਦੀ ਕਿਸੇ ਸਿੱਖ ਨੇ ਆਪਣਾ ਧਰਮ ਅੱਜ ਤੱਕ ਛੱਡਿਆ? ਕੋਈ ਵੀ ਸਿੱਖ ਦੱਸ ਦੇ ਵੀ ਜਿਹੜਾ ਤੇਰੇ ਤਸੀਹਿਆਂ ਤੋਂ ਡਰ ਕੇ ਮੁਸਲਮਾਨ ਬਣਿਆ ਹੋਵੇ। ਮਰਨੋਂ ਡਰ ਹਮ ਦੀਨ ਮੋ ਕਰੋ। ਮੌਤ ਦਾ ਡਰ ਦੇ ਕੇ ਤੂੰ ਸਾਨੂੰ ਦੀਨ 'ਚ ਕਰਨਾ ਚਾਹੁੰਦਾ, ਇਹ ਕਿੱਧਰ ਦੀ ਸਿਆਣਪ ਹੈ? ਇਹ ਕਿੱਧਰ ਦਾ ਪ੍ਰਚਾਰ ਹੈ? ਹਾਂ, ਜੇ ਤੂੰ ਸਾਨੂੰ ਇਸਲਾਮ ਦੇ ਪ੍ਰਚਾਰ ਨਾਲ,
ਇਸਲਾਮ ਦੀਆਂ ਖੂਬੀਆਂ ਦੱਸ ਕੇ ਪ੍ਰਭਾਵਿਤ ਕਰ ਲੈਂਦਾ, ਅਸੀਂ ਮੁਸਲਮਾਨ ਬਣ ਜਾਂਦੇ ਖੁਸ਼ੀ ਨਾਲ, ਉਹ ਗੱਲ ਵੱਖਰੀ ਸੀ। ਪਰ ਜੇ ਤੂੰ ਤਲਵਾਰ ਦੇ ਜ਼ੋਰ ਨਾਲ ਤਸੀਹੇ ਦੇ ਦੇ ਕੇ ਡਰਾ ਡਰਾ ਕੇ ਮਾਰ ਮਾਰ ਕੇ ਕਵੇਂ ਵੀ ਅਸੀਂ ਆਪਣਾ ਧਰਮ ਬਦਲ ਲਾਂਗੇ, ਜੇ ਕੋਈ ਬਣ ਵੀ ਜਾਵੇ ਡਰਦਾ ਮਾਰਾ, ਉਹ ਧਰਮ ਹੀ ਨਹੀਂ ਹੁੰਦਾ। ਆਖੋ ਸ੍ਰੀ ਵਾਹਿਗੁਰੂ। ਜੇ ਕੋਈ ਬਣ ਵੀ ਜਾਵੇ ਮੁਸਲਮਾਨ ਤੇ ਅੰਦਰ ਤਾਂ ਧਰਮ ਕੋਈ ਨਹੀਂ ਨਾ, ਉਹਦਾ ਬਾਹਰ ਲਾਈ ਉਹਨੇ ਮਖੌਟਾ ਬਦਲ ਲਿਆ, ਹਿੰਦੂਆਂ ਵਾਲਾ ਲਾ ਕੇ ਮੁਸਲਮਾਨਾਂ ਵਾਲਾ ਪਾ ਲਿਆ। ਸੋ ਇਸ ਵਾਸਤੇ ਅਸੀਂ ਆਪਣੇ ਧਰਮ 'ਚ ਪੱਕੇ ਰਹਿਣਾ, ਭਾਵੇਂ ਤੂੰ ਸਾਨੂੰ ਮਾਰ ਦੇ, ਵੱਢ ਦੇ, ਟੁੱਕ ਦੇ, ਜੋ ਮਰਜ਼ੀ ਕਰ ਲੈ। ਹੋਏ ਦੀਨ ਮੈਂ ਫਿਰ ਨਾ ਮਰੋ। ਇਹ ਦੱਸ ਵੀ ਜੇ ਅਸੀਂ ਮੁਸਲਮਾਨ ਬਣ ਜਾਵਾਂਗੇ, ਪਿਓ ਪੁੱਤਰ ਇਸਲਾਮ ਕਬੂਲ ਕਰ ਲਵਾਂਗੇ, ਫਿਰ ਮਰਾਂਗੇ ਨਹੀਂ? ਜੇ ਤੂੰ ਗਰੰਟੀ ਦੇ ਦੇਵੇਂ ਵੀ ਨਹੀਂ ਮਰੋਗੇ, ਪੱਕੀ ਗਰੰਟੀ ਹੈ ਵੀ ਤੁਸੀਂ ਅਮਰ ਹੋ ਜਾਓਗੇ, ਫਿਰ ਤੁਹਾਡੀ ਮੌਤ ਨਹੀਂ ਹੋਣੀ, ਫਿਰ ਅਸੀਂ ਬਣ ਵੀ ਜਾਈਏ ਮੁਸਲਮਾਨ। ਪਰ ਜੇ ਮੁਸਲਮਾਨ ਬਣ ਕੇ ਫਿਰ ਵੀ ਤਾਂ ਮਰਨਾ ਹੀ ਹੈ। ਜੇ 100 ਵਰਿਆ ਜੀਵਣਾ ਭੀ ਤਨ ਹੋ ਸਿੱਖੇ, 100 ਸਾਲ ਜੀਵਾਂਗੇ ਫਿਰ ਵੀ ਮਰਨਾ ਪਏਗਾ। ਹਾਂਜੀ। ਜੋ ਫਿਰ ਵੀ ਸਿਰ ਮਰਨੋ ਰਹਿ। ਭਾਈ ਸਵੇਗ ਸਿੰਘ ਕਹਿੰਦੇ ਆ ਜ਼ਕਰੀਆ ਖਾਨ ਇਹ ਖਾਨ ਬਹਾਦਰ, ਜੇ ਫਿਰ ਵੀ ਮੌਤ ਸਿਰ ਦੇ ਉੱਤੇ ਹੈ, ਐਸ ਜੀਵਨ ਕਿਉਂ ਤਮ ਤਜ ਬਹਿ। ਫਿਰ ਅਸੀਂ ਆਪਣੇ ਸਿੱਖੀ ਨੂੰ ਛੱਡ ਕੇ ਕਿਉਂ ਮਰੀਏ? ਸਿੱਖੀ ਵਿੱਚ ਹੀ ਮਰਾਂਗੇ। ਜੇ ਮੌਤ ਆਉਣੀ ਹੈ ਤਾਂ ਮਰਨੋ ਡਰ ਹਮ ਆਵੇਂ ਦੀਨ। ਅੱਜ ਅਸੀਂ ਮੌਤ ਤੋਂ ਡਰ ਕੇ ਮੁਸਲਮਾਨ ਬਣ ਜਾਂਦੇ ਹਾਂ। ਜੇ ਹੋਏ ਮਰਨੋ ਨਾਹਿ ਕਮੀਨਾ। ਤੇ ਫਿਰ ਥੋੜੇ ਦਿਨਾਂ ਬਾਅਦ ਮੌਤ ਫਿਰ ਆ ਗਈ, ਫਿਰ ਮਰਾਂਗੇ। ਜਾਂ ਤਾਂ ਤੁਹਾਨੂੰ ਇਹ ਗਰੰਟੀ ਦੇ ਦੇ ਵੀ ਬਸ ਤੁਸੀਂ ਮੁਸਲਮਾਨ ਬਣ ਜਾਓ, ਉਸ ਤੋਂ ਬਾਅਦ ਤੁਹਾਡੀ ਮੌਤ ਨਹੀਂ ਹੋਵੇਗੀ, ਗਰੰਟੀ ਹੈ। ਜ਼ਕਰੀਆ ਤੇਰੀ ਮੌਤ ਦੀ ਵੀ ਕੋਈ ਗਰੰਟੀ ਹੈ ਵੀ ਤੂੰ ਮਰਨਾ ਕੋਈ ਨਹੀਂ? ਇਹੀ ਗੱਲ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਸੂਬੇ ਸਰਹੰਦ ਨੂੰ ਕਹੀ ਸੀ ਵੀ ਜੇ ਮੁਸਲਮਾਨ ਬਣ ਕੇ ਮੌਤ ਨਹੀਂ ਆਉਂਦੀ, ਅਸੀਂ ਬਣ ਜਾਈਏ, ਪਰ ਮੌਤ ਫਿਰ ਵੀ ਆ ਜਾਣੀ ਹੈ। ਇਸ ਕਰਕੇ ਅਸੀਂ ਜਿਹੜੀ ਮੌਤ ਨੇ ਕੱਲ ਆਉਣਾ ਉਸ ਨੂੰ ਅੱਜ ਹੀ ਪ੍ਰਵਾਨ ਕਰ ਲੈਂਦੇ ਹਾਂ। ਮਰਨਾ ਤਾਂ ਹੈ ਹੀ ਹੈ। ਹਾਂਜੀ। ਜੈਸੇ ਤੁਮੈ ਦੀਨ ਹੈ ਪਿਆਰਾ। ਜਿਸ ਤਰ੍ਹਾਂ ਤੈਨੂੰ ਦੀਨ ਪਿਆਰਾ ਹੈ, ਤੈਸੇ ਹੀ ਹੈ ਧਰਮ ਹਮਾਰਾ। ਇਹ ਤਾਂ ਹੀ ਸਾਨੂੰ ਖਾਲਸਾ ਪੰਥ ਪਿਆਰਾ ਹੈ, ਸਿੱਖੀ ਧਰਮ ਪਿਆਰਾ ਹੈ। ਚਾਚ ਰਖਣੀ ਅਬੈ ਮਰਾਵੋ। ਕੱਲ ਦੀ ਥਾਂ ਤੇ ਅੱਜ ਹੁਣੇ ਇਸੇ ਵੇਲੇ ਚ ਰੱਖੜੀ ਲੈ ਆ, ਸਾਨੂੰ ਚਰਖੜੀ ਚਾੜ ਕੇ ਸ਼ਹੀਦ ਕਰ ਦੇ। ਅਸੀਂ ਸ਼ਹੀਦੀ ਪਾਣ ਨੂੰ ਤਿਆਰ ਹਾਂ, ਪਰ ਤੇਰਾ ਇਹ ਬੇਹੂਦਾ ਬਕਵਾਸ ਸੁਣਨ ਨੂੰ ਤਿਆਰ ਨਹੀਂ ਆ ਵੀ ਤੂੰ ਆਖੇ ਮੁਸਲਮਾਨ ਬਣੋ। ਇਹ ਗੱਲ ਸਾਡੇ ਕੰਨਾਂ 'ਚ ਨਹੀਂ ਚੰਗੀ ਲੱਗਦੀ। ਮਾਰੋ ਅਬੈ ਨਾ ਦੇਰ ਲਗਾਵੋ। ਹੁਣੇ ਮਾਰੋ, ਮਾਰੋ ਅਬੈ ਨਾ ਦੇਰ ਲਗਾਵੋ, ਦੇਰ ਨਾ ਲਾਓ, ਹੁਣੇ ਮਾਰ ਦਿਓ। ਮੁਸਲਮਾਨ ਹਮ ਹੋਵੇ ਨਾਹੀ। ਅਸੀਂ ਮੁਸਲਮਾਨ ਨਹੀਂ ਹੁੰਦੇ, ਮੁਸਲਮਾਨ ਨਹੀਂ ਬਣਦੇ ਅਸੀਂ। ਧਰਮ ਆਪਣੋ ਸਾਥ ਨਿਭਾਹੀ। ਅਸੀਂ ਆਪਣਾ ਧਰਮ ਕੇਸਾਂ ਸਵਾਸਾਂ ਨਾਲ ਨਿਭਾਉਣਾ ਹੈ। ਤਬ ਨਵਾਬ ਨੇ ਹੁਕਮ ਸੋ ਕੀਨਾ। ਇਹਦਾ ਨਵਾਬ ਗੁੱਸੇ 'ਚ ਭਰ ਗਿਆ ਤੇ ਉਸਨੇ ਹੁਕਮ ਦਿੱਤਾ, ਚਾਚ ਰਖਣੀ ਸਿੰਘ ਸੋ ਦੀਨਾ। ਇਹਨੂੰ ਚਾੜ ਦਿਓ ਚਰਖੜੀ ਦੇ ਉੱਤੇ। ਭਾਈ ਸਵੇਗ ਸਿੰਘ ਜੀ ਨੂੰ ਚਰਖੜੀ ਦੇ ਚਾੜ ਕੇ ਘੁਮਾ ਦਿੱਤਾ। ਉੱਚੇ ਚਹਾੜ ਫਿਰ ਬਹੁਤ ਘੁਮਾਇਆ। ਉਹ ਚਰਖੜੀ ਦੇ ਨਾਲ ਉੱਪਰ ਚਾੜ ਕੇ ਜਦੋਂ ਘੁਮਾਉਂਦੇ ਆ ਨਾ, ਉਹ ਘੁੰਮਦੀ ਆ ਜਦੋਂ ਚਰਖੜੀ, ਉਦੋਂ ਬੰਦੇ ਦੀਆਂ ਹੱਡੀਆਂ ਕੜਕ ਜਾਂਦੀਆਂ ਤੇ ਸਰੀਰ ਦੇ ਤੂੰਬੇ ਉੱਡਣ ਲੱਗਦੇ ਆ। ਏਦਾਂ ਚਰਖੜੀ ਦੇ ਚਾੜ ਕੇ ਘੁਮਾਇਆ ਗਿਆ। ਵਾਹਿਗੁਰੂ ਤਿਨ ਨਾਹੀਂ ਭੁਲਾਇਆ। ਜਦੋਂ ਚਰਖੜੀ ਚੱਲੀ, ਭਾਈ ਸਾਹਿਬ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਏ। ਵਾਹਿਗੁਰੂ ਤੈਨੂੰ ਨਾਹੀਂ ਭੁਲਾਇਆ, ਨਾਮ ਨਹੀਂ ਛੱਡਿਆ, ਕਿਉਂਕਿ ਨਾਮ ਦੇ ਆਸਰੇ ਤੇ ਦੁੱਖ ਸੁੱਖ ਬਰਾਬਰ ਹੁੰਦੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਐਸੀ ਅਵਸਥਾ ਆ ਜਾਂਦੀ ਹੈ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਬਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ ਪੁਰਖ ਕਹੀਐ ਜੀਵਨ ਮੁਕਤ। ਐਸੀ ਅਵਸਥਾ ਸੀਗੀ। ਭਾਈ ਸਵੇਗ ਸਿੰਘ ਚਰਖੜੀ ਤੇ ਚੜ ਗਏ।
ਜਿਉ ਜਿਉ ਮੁਕਤੇ ਗੁਰੂ ਚਾਰੇ ਮੂੰਹ ਤੋਂ ਵਾਹਿਗੁਰੂ 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 ਉਚਾਰਨ ਕਰਦਾ ਸੀ ਸਿੰਘ, ਅਕਾਲ ਅਕਾਲ ਕਰ ਊਚ ਪੁਕਾਰੇ ਤੇ ਸਤਿ ਸ੍ਰੀ ਅਕਾਲ ਅਕਾਲ ਹੀ ਅਕਾਲ ਏਦਾਂ ਉਚਾਰਨ ਕਰਦਾ ਸੀ। ਸੁਨ ਬਾਬ ਮਨ ਮੈਂ ਬਹੁ ਕੋਪੈ ਨਵਾਬ ਸੁਣ ਸੁਣ ਕੇ ਗੁੱਸੇ ਵਿੱਚ ਲਾਲ ਪੀੜਾ ਹੋਈ ਜਾਂਦਾ ਸੀ। ਔਰ ਘੁਮਾਏ ਕਰਾਵੋਂ ਚੋਪੈ ਉਹ ਕਹਿੰਦਾ ਨੂੰ ਚੁੱਪ ਕਰਾਓ, ਇਹਦੀ ਅਕਾਲ ਅਕਾਲ ਬੰਦ ਕਰਾਓ। ਜਦੋਂ ਸਿੰਘ ਅਕਾਲ ਅਕਾਲ ਗਜਾਂਦਾ ਸੀ ਤੇ ਨਵਾਬ ਦੇ ਕੰਨ ਪਾਟਦੇ ਸੀਗੇ। ਉਹ ਕਹਿੰਦਾ ਸੀ ਹੋਰ ਘੁਮਾਓ ਜ਼ੋਰ ਨਾਲ ਤਾਂ ਕਿ ਇਹਦੀ ਆਵਾਜ਼ ਆਣੀ ਬੰਦ ਹੋ ਜਾਵੇ। ਟਿਮ ਟਿਮ ਸਿੰਘ ਸੋ ਔਰ ਉਚਾਰੈ ਜਿਉਂ-ਜਿਉਂ ਚਰਖੜੀ ਘੁਮਾਉਂਦੇ ਸੀਗੇ, ਤਸੀਹਾ ਦਿੰਦੇ ਸੀ, ਤਿਉਂ-ਤਿਉਂ ਭਾਈ ਸੁਬੇਗ ਸਿੰਘ ਅਕਾਲ ਹੀ ਅਕਾਲ ਅਕਾਲ ਹੀ ਅਕਾਲ ਗਜਾਂਦਾ ਸੀ। ਸਤਿਗੁਰ ਨਾਮ ਨਾ ਮਨੋ ਵਿਸਾਰੈ ਉਹਦੇ ਮੂੰਹ ਤੋਂ ਵਾਹਿਗੁਰੂ 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 ਸਤਿ ਸ੍ਰੀ ਅਕਾਲ ਹੀ ਹੁੰਦਾ ਸੀ। ਉਹ ਗੁਰੂ ਦੇ ਨਾਮ ਨੂੰ ਛੱਡ ਕੇ ਹੋਰ ਕੋਈ ਗੱਲ ਹਾਏ ਉਫ ਸੀ ਤੱਕ ਨਹੀਂ ਸੀ ਕਰਦਾ। ਦੋਹਰਾ ਤਬ ਨਵਾਬ ਵੈਸੇ ਕਹਿਓ ਯਾ ਕੋ ਲਿਉ ਤਾਰ ਨਵਾਬ ਕਹਿਣ ਲੱਗਾ ਹੁਣ ਇਹਨੂੰ ਚਰਖੜੀ ਤੋਂ ਥੱਲੇ ਲਾ ਲਓ, ਉਤਾਰੋ ਇਹਨੂੰ। ਹਾਂਜੀ। ਯਾ ਕੇ ਬੇਟੇ ਕੋ ਟੰਗਿਓ ਯਾਹੂ ਕੋ ਜੋ ਦਿਖਾਰ ਇਹਦੇ ਬੇਟੇ ਨੂੰ ਚਰਖੜੀ ਤੇ ਚੜਾਓ ਇਹਦੇ ਸਾਹਮਣੇ। ਇਹ ਆਪ ਦਾ ਦਸੀਏ ਸਹਿ ਗਿਆ ਹੈ, ਪਰ ਜਦੋਂ ਇਹਦੇ ਸਾਹਮਣੇ ਇਹਦਾ ਪੁੱਤਰ ਘੁਮਾਵਾਂਗੇ ਚਰਖੜੀ ਦੇ ਚਾੜ ਕੇ, ਫਿਰ ਇਹਨੂੰ ਪਤਾ ਲੱਗੇਗਾ, ਇਹਨੂੰ ਹੋਰ ਤਕਲੀਫ ਉਦੋਂ ਹੋਵੇਗੀ। ਤਬ ਚੰਡਾਲਨ ਵੈਸੇ ਕੀਨਾ ਤਾਂ ਫਿਰ ਚੰਡਾਲਾਂ ਨੇ ਜਲਾਦਾਂ ਨੇ ਭਾਈ ਸ਼ਾਹਬਾਜ ਸਿੰਘ ਜੀ ਜੋ ਸੁਬੇਗ ਸਿੰਘ ਦਾ ਜਵਾਨ ਪੁੱਤਰ ਸੀ ਉਹਨੂੰ ਫੜ ਲਿਆ। ਬਾਂਧ ਟਾਂ ਕਰ ਉਲਟੋ ਦੀਨਾ ਸ਼ਾਹਬਾਜ ਸਿੰਘ ਨੂੰ ਬੰਨ ਕੇ ਟੰਗ ਕੇ ਚਰਖੜੀ ਤੇ ਉਲਟਾ ਕਰਕੇ ਚਾਚ ਰਖੜੀ ਬਹੁਤ ਘੁਮਾਇਆ ਚਰਖੜੀ ਤੇ ਚਾੜ ਕੇ ਜਦੋਂ ਘੁਮਾਉਣਾ ਸ਼ੁਰੂ ਕੀਤਾ ਤੇ ਉਹਦੀਆਂ ਵੀ ਹੱਡੀਆਂ ਜਿਹੜੀਆਂ ਨੇ ਕਰਕਣ ਲੱਗੀਆਂ। ਸੁਬੇਗ ਸਿੰਘ ਕੋ ਨੈਣ ਦਿਖਾਇਆ ਸੁਬੇਗ ਸਿੰਘ ਦੇ ਸਾਹਮਣੇ ਇਹ ਕਰ ਰਹੇ ਸੀ ਵੀ ਪਿਓ ਦੇ ਸਾਹਮਣੇ ਪੁੱਤਰ ਨੂੰ ਤਕਲੀਫ ਹੋਵੇਗੀ, ਪੁੱਤਰ ਹਾਏ ਹਾਏ ਕਰੇਗਾ ਤੇ ਪਿਓ ਦਾ ਦਿਲ ਫਿਰ ਦਹਿਲ ਜਾਏਗਾ। ਮਾਂ-ਬਾਪ ਆਪ ਤਾਂ ਦੁਖੀ ਹੋ ਲੈਂਦੇ ਆ, ਆਪਣੇ ਬੱਚੇ ਨੂੰ ਦੁਖੀ ਹੋਇਆ ਨਹੀਂ ਕੋਈ ਦੇਖ ਸਕਦਾ। ਬੱਚਾ ਦੁਖੀ ਹੋਵੇ ਤੇ ਸਾਰਿਆਂ ਦਾ ਦਿਲ ਦਹਿਲ ਜਾਂਦਾ। ਸੋ ਇਹਦਾ ਬੱਚਾ ਜਦੋਂ ਇਹਦੇ ਸਾਹਮਣੇ ਦੁਖੀ ਹੋਵੇਗਾ, ਇਹ ਇਸਲਾਮ ਕਬੂਲ ਕਰ ਲੇਗਾ। ਪਿਓ ਦੇ ਸਾਹਮਣੇ ਪੁੱਤਰ ਨੂੰ ਚਰਖੜੀ ਤੇ ਚਾੜ ਦਿੱਤਾ। ਸੁਬੇਗ ਸਿੰਘ ਤਬ ਐਸੇ ਕਹਿ ਭਾਈ ਸੁਬੇਗ ਸਿੰਘ ਜੀ ਆਪਣੇ ਪੁੱਤਰ ਨੂੰ ਸਾਹਮਣੇ ਚਰਖੜੀ ਤੇ ਚੜਿਆ ਵੇਖ ਕੇ ਕਹਿ ਰਹੇ ਸਨ, ਧੰਨ ਧੰਨ ਪੁੱਤਰ ਧੰਨ ਦਿਨ ਯਹ ਪੁੱਤਰਾ ਬੇਟਾ ਤੂੰ ਧੰਨ ਹੈ, ਔਰ ਅੱਜ ਦਾ ਦਿਨ ਵੀ ਧੰਨ ਹੈ, ਇਹ ਘੜੀ ਵੀ ਧੰਨ ਹੈ ਕਿ ਤੇਰਾ ਇਹ ਸਰੀਰ ਗੁਰੂ ਦੇ ਲੇਖੇ ਲੱਗਣ ਲੱਗਾ ਹੈ। ਸੋ ਤਨ ਪੁਰਖ ਜੋ ਧਰਮ ਨਿਭਾਹੈ ਔਰ ਇਹ ਕਹਿ ਰਿਹਾ ਸੀ ਸੁਬੇਗ ਸਿੰਘ ਪੁੱਤਰਾ ਉਹ ਬੰਦਾ ਵੀ ਧੰਨ ਹੁੰਦਾ ਜਿਹੜਾ ਆਪਣਾ ਧਰਮ ਨਿਭਾ ਦਵੇ। ਧੰਨ ਪੁਰਖ ਜੋ ਗੁਰਪਗ ਚਾਹੈ ਉਹ ਪੁਰਸ਼ ਧੰਨ ਹੁੰਦਾ ਜਿਹੜਾ ਗੁਰੂ ਦੇ ਚਰਨਾਂ ਨਾਲ ਪ੍ਰੇਮ ਕਰਕੇ ਨਿਭ ਜਾਵੇ। ਤਿਸੈ ਉਤਾਰ ਨਵਾਬ ਬੁਲਾਇਆ ਹੁਣ ਪੁੱਤਰ ਨੂੰ ਵੀ ਚਰਖੜੀ ਤੋਂ ਲਾਹ ਲਿਆ। ਦੋਵਾਂ ਪਿਓ ਪੁੱਤਰਾਂ ਨੂੰ ਫਿਰ ਨਵਾਬ ਨੇ ਆਪਣੇ ਸਾਹਮਣੇ ਖੜਾ ਕੀਤਾ। ਦੇਖੈ ਦੁੱਖ ਫਿਰ ਬਾਤਨ ਲਾਇਆ ਬੜੇ ਭਾਰੀ ਤਸੀਹੇ ਦਿੱਤੇ, ਹੱਡੀਆਂ ਚੂਰ ਚੂਰ ਕਰ ਦਿੱਤੀਆਂ, ਸਰੀਰ ਨੂੰ ਕਸ਼ਟ ਬੜਾ ਹੋਇਆ ਦੋਵਾਂ ਪਿਓ ਪੁੱਤਰਾਂ ਨੂੰ। ਹੁਣ ਜ਼ਕਰੀਆ ਖਾਨ ਨੇ ਦੇਖਿਆ ਵੀ ਇਹ ਤਾਂ ਬੜੇ ਢੀਠ ਨੇ, ਇਹਨਾਂ ਨੂੰ ਹੋਰ ਗੱਲਾਂ 'ਚ ਪਰਚਾ ਲਈਏ। ਉਹ ਫੇਰ ਗੱਲਾਂ ਕਰਨ ਲੱਗ ਪਿਆ ਉਹਨਾਂ ਨਾਲ। ਤੂੰ ਹੈ ਬਾਲਕ ਬੁੱਧ ਤੈ ਨਾਹੀ ਬੱਚੇ ਨੂੰ ਵੱਖਰਾ ਕਰਕੇ ਕਹਿਣ ਲੱਗਾ। ਨਵਾਬ ਬੋਲਿਆ ਕਾਕਾ ਤੂੰ ਬੱਚਾ ਹੈ, ਅਜੇ ਤੇਰੀ ਉਮਰ ਛੋਟੀ, ਤੈਨੂੰ ਪਤਾ ਨਹੀਂ ਹੈ, ਤੈਨੂੰ ਦੁਨੀਆ ਦਾ ਅਜੇ ਕੋਈ ਗਿਆਨ ਨਹੀਂ ਹੈ। ਕਰਕੇ ਹਟ ਕਿਉਂ ਉਮਰ ਗਵਾਹੀ ਤੂੰ ਹੱਠ ਕਰਕੇ ਆਪਣੀ ਜਵਾਨੀ ਕਿਉਂ ਰੋਲਦਾ ਹੈ, ਕਿਉਂ ਮਰਨ ਲੱਗਾ ਕਾਕਾ, ਤੂੰ ਬਿਨਾਂ ਆਈ ਮੌਤ ਕਿਉਂ ਮਰਦਾ ਹੈ। ਪਿਤਾ ਤੇਰੇ ਨੇ ਸਭ ਲਖ ਲਿਆ ਤੇਰੇ ਪਿਓ ਨੇ ਜ਼ਿੰਦਗੀ ਹੰਢਾ ਲਈ ਹੈ, ਖਾ ਪੀ ਲਿਆ, ਜੋ ਦੁਨੀਆ ਦੇ ਰੰਗ ਤਮਾਸ਼ੇ ਵੇਖਣੇ ਸੀ ਵੇਖ ਲਏ ਆ। ਉਹ ਤਾਂ ਹੁਣ ਬੁੱਢਾ ਹੋ ਗਿਆ, ਉਹ ਤਾਂ ਮੁੰਝ ਵੀ ਮਰ ਜਾਣਾ, ਪਰ ਤੇਰੀ ਉਮਰ ਮਰਨ ਦੀ ਨਹੀਂ ਕਾਕਾ ਅਜੇ। ਹਾਂਜੀ ਤੁਮਰੋ ਦਿਨ ਅਬ ਦੇਖਣ ਆਇਆ ਤੇਰੇ ਤੇ ਦਿਨ ਦੁਨੀਆ ਦੇ ਖਾਣ ਪੀਣ ਦੇ ਹੁਣ ਆਏ ਨੇ ਅਜੇ। ਤੇਰਾ ਵਿਆਹ ਸ਼ਾਦੀ ਹੋਵੇਗਾ, ਤੇਰਾ ਪਾਲ ਪਰਿਵਾਰ ਹੋਵੇਗਾ, ਤੇ ਤੂੰ ਕਿਉਂ ਮਰਦਾ ਹੈ।
ਅਧ ਖਾਇਓ ਅਧ ਪੀਤੋ ਜਹੈ ਤੂੰ ਤੇ ਅੱਧਾ ਖਾਦਾ ਅੱਧਾ ਪੀਤਾ ਇਵੇਂ ਹੀ ਚਲਾ ਜਾਏਗਾ ਦੁਨੀਆ ਤੋਂ। ਧਰਮ ਰਖਿਓ ਤੁਧ ਕਦ ਕਮ ਐਹੈ ਧਰਮ ਤੇਰਾ ਕੀ ਸਵਾਰੇਗਾ ਜੇ ਤੂੰ ਮਰ ਗਿਆ? ਧਰਮ ਨਾਲ ਤੇਰੇ ਧਰਮ ਨੇ ਕਦੋਂ ਕੰਮ ਆਉਣਾ ਤੇਰੇ? ਤੈਨੂੰ ਤਾਂ ਅਸੀਂ ਮਾਰ ਦਿਆਂਗੇ ਤੇ ਤੂੰ ਐਵੇਂ ਧਰਮ ਦੇ ਪਿੱਛੇ ਆਪਣੀ ਜਾਨ ਕਿਉਂ ਗਵਾਉਂਦਾ ਹੈ? ਮੁਸਲਮਾਨ ਹਵੈਲਿਓ ਤੂੰ ਬਹੁਤੀ ਅਬੈ ਜੰਗੀਰ ਜੇ ਤੂੰ ਕਾਕਾ ਮੁਸਲਮਾਨ ਬਣ ਜਾਵੇਂ, ਪਿਓ ਦਾ ਕਹਿਣਾ ਨਾ ਮੰਨੇ, ਤੇ ਤੈਨੂੰ ਅਸੀਂ ਬੜੀਆਂ ਜਗੀਰਾਂ ਦੇਾਂਗੇ। ਜਬ ਰਹਿ ਤਖਤ ਜਗ ਕਰੇ ਨਾ ਕੋਈ ਤਗੀਰ ਜਿੰਨਾ ਚਿਰ ਦੁਨੀਆ ਰਹੇਗੀ ਸਾਡਾ ਰਾਜ ਰਹੇਗਾ, ਕੋਈ ਤੈਨੂੰ ਇਹ ਨਹੀਂ ਕਹੇਗਾ। ਮੁਸਲਮਾਨ ਬਣ ਕੇ ਤੂੰ ਆਪਣਾ ਬੜਾ ਵਧੀਆ ਜੀਵਨ ਬਤੀਤ ਕਰੇਗਾ। ਨਵਾਬ ਕਹੀ ਸੁਨ ਸਿੱਖ ਸੁਬੇਗ ਇਹ ਸੁਣ ਕੇ ਜੇ ਨਵਾਬ ਨੇ ਉਧਰੋਂ ਸੁਬੇਗ ਸਿੰਘ ਨੂੰ ਵੀ ਕਿਹਾ, ਬਚਾਓ ਪੁੱਤਰ ਕੋ ਚਲਤੀ ਦੇਗਾ ਇਹ ਦੇਗ ਤੇਗ ਚੱਲ ਰਹੀ ਹੈ ਤੇ ਤੇਰਾ ਪੁੱਤਰ ਵੀ ਮਾਰਿਆ ਜਾਣਾ, ਪੁੱਤਰ ਦਾ ਬਚਾ ਲੈ ਤੂੰ। ਰੱਖ ਪੁੱਤਰ ਕੋ ਜੜ ਤੁਝ ਰਹਿ ਜੇ ਤੂੰ ਪੁੱਤਰ ਬਚਾ ਲਿਆ ਤੇਰੀ ਜੜ ਰਹਿ ਜਾਏਗੀ ਦੁਨੀਆ 'ਚ। ਕੋਈ ਪੁੱਤਰ ਪੋਤਰੇ ਹੋਣਗੇ ਗਾਂ ਦੀ ਗਾਂ ਯਾਦ ਰੱਖਣਗੇ। ਤੂੰ ਕਹੋ ਮੁਖ ਤੇ ਕਲਮਾ ਕਹਿ ਤੂੰ ਆਪ ਤੇ ਮਰਦਾ, ਆਪਣੇ ਪੁੱਤਰ ਨੂੰ ਵੀ ਮਰਵਾਉਂਦਾ। ਇਹਨੂੰ ਕਹਿ ਦੇ ਵੀ ਕਲਮਾ ਪੜ੍ਹ ਲਵੇ ਤੇਰਾ ਲੜਕਾ। ਕਰੋ ਕਤਲ ਤੁਝ ਮਾਰੋ ਗ੍ਰਾਮ ਅਸੀਂ ਤੈਨੂੰ ਮਾਰ ਦਿਆਂਗੇ, ਕਤਲ ਕਰ ਦਿਆਂਗੇ। ਸਿਖਾਏ ਪੁੱਤਰ ਕਰ ਦੀਨ ਕਰਾਮ ਤੇ ਤੇਰੇ ਪੁੱਤਰ ਨੂੰ ਅਸੀਂ ਮੁਸਲਮਾਨ ਬਣਾ ਲਾਂਗੇ, ਉਹਨੂੰ ਅਸੀਂ ਇਸਲਾਮ 'ਚ ਲੈ ਆਵਾਂਗੇ। ਜਾਂ ਪਿੱਛੇ ਮੈਂ ਰਾਖੋਂ ਤੋਹੇ ਫਿਰ ਮੈਂ ਤੈਨੂੰ ਦੱਸਾਂਗਾ ਵੀ ਤੂੰ ਕਿਵੇਂ ਆਪਣੇ ਪੁੱਤਰ ਨੂੰ ਮੁਸਲਮਾਨ ਬਣਾਉਣ ਤੋਂ ਰੋਕ ਸਕਿਆ ਹੈ। ਤੂੰ ਪੀ ਪੁੱਤਰ ਸੋ ਕਰ ਕਛ ਮੋਹੇ ਮੈਂ ਤਾਂ ਤੇਰੇ ਬੱਚੇ ਦੀ ਜਾਨ ਬਚਾਣੀ ਚਾਹੁੰਦਾ, ਤੂੰ ਹੀ ਬਚਾ ਲੈ। ਤੂੰ ਤੇ ਆਪਣੇ ਪੁੱਤਰ ਦੀ ਜਾਨ ਵਾਸਤੇ ਉਹਨੂੰ ਸਮਝਾ ਦੇ। ਪੁੱਤਰ ਹੀ ਤੇ ਰਹਿ ਹੈ ਬੰਸ ਪੁੱਤਰ ਰਵੇ ਤੇ ਅੱਗੇ ਬੰਸ ਚੱਲਦਾ ਹੈ। ਬਿਨਾ ਪੁੱਤਰ ਹਵੈ ਹੈ ਨਿਰਬੰਸ ਜੇ ਪੁੱਤਰ ਮਰ ਜਾਣ ਤੇ ਬੰਸ ਨਿਰਬੰਸ ਹੋ ਜਾਂਦਾ, ਬੀਜ ਨਾਸ ਹੋ ਜਾਂਦਾ। ਸੁਬੇਗ ਸਿੰਘ ਸੁਣ ਐਸੀ ਕਹੀ ਇਹ ਸੁਣ ਕੇ ਸੁਬੇਗ ਸਿੰਘ ਬੋਲਿਆ, ਸੱਚ ਨਵਾਬ ਤੈਂ ਜੇਤੀ ਕਹੀ ਆ ਜ਼ਕਰੀਆ ਖਾਨ ਜੋ ਤੂੰ ਕਹਿਣਾ ਸੱਚ ਕਹਿਣਾ, ਠੀਕ ਕਹਿ ਰਿਹਾ ਜੋ ਤੂੰ ਬੋਲ ਰਿਹਾ ਹੈ। ਹਮਨੇ ਤੁਮਰਾ ਨੂਨ ਸੋ ਖਾਇਆ ਅਸੀਂ ਤੇਰਾ ਲੂਣ ਖਾਦਾ, ਅਸੀਂ ਤੇਰੀ ਨੌਕਰੀ ਕੀਤੀ ਹੈ, ਤੇਰੇ ਕੋਲ 20-25 ਸਾਲ ਅਸੀਂ ਨੌਕਰੀ ਕੀਤੀ ਹੈ। ਨਵੇਂ ਨੈ ਬਣੇ ਨਾ ਖੋਟਾ ਤੁਮੇ ਅਲਾਇਆ ਅਸੀਂ ਤੈਨੂੰ ਮਾੜਾ ਨਹੀਂ ਕਹਿਣਾ ਚਾਹੁੰਦੇ, ਖੋਟਾ ਨਹੀਂ ਬੋਲਦੇ, ਕਿਉਂਕਿ ਜਿਹਦਾ ਲੂਣ ਖਾਈਏ ਉਹਦਾ ਸਤਿਕਾਰ ਕਰੀਦਾ। ਅਸੀਂ ਤੈਨੂੰ ਆਪਣਾ ਮਾਲਕ ਸਮਝਦੇ ਹਾਂ, ਤੇਰੇ ਸਾਹਮਣੇ ਨਹੀਂ ਬੋਲਦੇ। ਹਮ ਸੁਤ ਆਪਣੇ ਦਇਓ ਉਪਦੇਸ਼ ਅਸੀਂ ਆਪਣੇ ਪੁੱਤਰ ਨੂੰ ਜਿਹੜਾ ਉਪਦੇਸ਼ ਦੇਣਾ ਸੀ ਦੇ ਦਿੱਤਾ। ਅਸੀਂ ਹੁਣ ਉਹਦੇ ਵਿਚਾਰ ਬਦਲਨੇ ਨਹੀਂ, ਜੋ ਸਾਡੇ ਵਿਚਾਰ ਹਨ ਉਦਾਂ ਹੀ ਰਹਿਣਗੇ। ਰਾਖਨ ਸਾਚੇ ਗੁਰ ਨਿਜ ਪੇਸ ਅਸੀਂ ਆਪਣੇ ਕਲਗੀਧਰ ਦਾ ਬਾਣਾ ਬਾਣੀ ਨਹੀਂ ਛੱਡਣੀ, ਕੇਸ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਣੀ ਹੈ। ਕਹਾਂ ਜ਼ਿੰਦਗੀ ਕੀ ਪ੍ਰਤੀਤ ਜ਼ਿੰਦਗੀ ਦਾ ਕੀ ਭਰੋਸਾ ਹੈ? ਜ਼ਿੰਦਗੀ ਤੂੰ ਕਹਿਣਾ ਵੀ ਬੱਚੇ ਦੀ ਉਮਰ ਥੋੜੀ ਹੈ, ਬੱਚਾ ਉਸ ਤਰ੍ਹਾਂ ਵੀ ਤਾਂ ਕਿਤੇ ਮਰ ਸਕਦਾ, ਐਕਸੀਡੈਂਟ 'ਚ ਮਰ ਸਕਦਾ, ਕੋਈ ਸੱਪ ਲੜ ਸਕਦਾ, ਕੋਈ ਬਿਮਾਰੀ ਆ ਸਕਦੀ ਹੈ, ਕੋਈ ਖੂਹ 'ਚ ਡਿੱਗ ਪਵੇ, ਮੌਤ ਕਿਸੇ ਉਮਰ 'ਚ ਵੀ ਆ ਜਾਂਦੀ ਹੈ। ਇਹ ਕੋਈ ਗੱਲ ਨਹੀਂ ਵੀ ਬੱਚਾ ਬਚ ਜਾਵੇਗਾ ਜੇ ਤੂੰ ਛੱਡ ਦੇਵੇਂਗਾ, ਕੀ ਪਤਾ ਕੱਲ ਨੂੰ ਹੋਰ ਕਿਤੇ ਮਰ ਜਾਵੇ। ਮੌਤ ਤਾਂ ਆਉਣੀ ਆਉਣੀ ਹੈ। ਇਸ ਕਰਕੇ ਅਸੀਂ ਮੌਤ ਤੋਂ ਡਰ ਕੇ ਆਪਣੇ ਗੁਰੂ ਦੀ ਸਿੱਖੀ ਨਹੀਂ ਛੱਡਦੇ। ਜਾਂ ਸਿਰ ਮਰਨੋ ਬਹੁਤੀ ਰੀਤ ਇਸ ਜੀਵ ਦੇ ਸਿਰ ਤੇ ਮੌਤ ਦੇ ਬਹਾਨੇ ਬੜੇ ਨੇ, ਬੜੇ ਤਰੀਕਿਆਂ ਨਾਲ ਮੌਤ ਆਉਂਦੀ ਹੈ। ਕਿਸੇ ਨੂੰ ਸੁੱਤੇ ਪਏ ਹੀ ਆ ਜਾਂਦੀ ਹੈ, ਕਿਸੇ ਨੂੰ ਸੱਪ ਲੜ ਕੇ ਆ ਜਾਂਦੀ ਹੈ, ਕਿਸੇ ਨੂੰ ਘੋੜੇ ਤੋਂ ਡਿੱਗ ਕੇ ਆ ਜਾਂਦੀ ਹੈ, ਕਿਸੇ ਕੋਠੇ ਤੋਂ ਡਿੱਗ ਕੇ ਮਰ ਜਾਂਦਾ, ਕੋਈ ਖੂਹ 'ਚ ਜਾ ਪੈਂਦਾ, ਕਿਸੇ ਦੇ ਪੇਟ 'ਚ ਦਰਦ ਉੱਠਦੀ ਤੇ ਮਰ ਜਾਂਦਾ, ਕਿਸੇ ਦਾ ਹਾਰਟ ਫੇਲ ਹੋ ਜਾਂਦਾ, ਕੁਝ ਵੀ ਹੋ ਜਾਂਦਾ। ਮੌਤ ਦੇ ਤਾਂ ਹਜ਼ਾਰਾਂ ਤਰੀਕੇ, ਬੰਦਾ ਮੌਤ ਤੋਂ ਨਹੀਂ ਬਚ ਸਕਦਾ, ਕਦੀ ਵੀ ਨਹੀਂ ਬਚ ਸਕਦਾ। ਹਾਂਜੀ, ਰਹਿ ਧਰਮ ਤਨ ਅਭੀ ਜਾਏ ਜੇ ਧਰਮ ਰਹਿ ਜਾਵੇ ਤੇ ਸਰੀਰ ਖਤਮ ਹੋ ਜਾਵੇ ਤੇ ਸਸਤਾ ਸੌਦਾ ਹੈ। ਧਰਮ ਮਹਿੰਗੀ ਚੀਜ਼ ਹੈ, ਸਰੀਰ ਦੇ ਬਦਲੇ ਮਿਲਦੀ ਹੋਵੇ ਤਾਂ ਸਮਝੋ ਸਸਤੀ ਮਿਲ ਗਈ, ਅਸੀਂ ਲੈਣ ਨੂੰ ਤਿਆਰ ਹਾਂ। ਹਾਂਜੀ, ਜਬ ਲਗ ਜੀਵੈ ਧਰਮ ਗਵਾਏ ਅਸੀਂ ਜਿੰਨਾ ਚਿਰ ਜੀਵਾਂਗੇ ਧਰਮ ਕਮਾਵਾਂਗੇ। ਕਿਤ ਜੀਵਨ ਸੋ ਧਰਮ ਗਵਈਐ ਇਹ ਜ਼ਿੰਦਗੀ ਪਿੱਛੇ ਆਪਣਾ ਧਰਮ ਕਿਉਂ ਗਵਾਈਏ, ਕਿਉਂ ਛੱਡੀਏ? ਮਰਨੋ ਸਾਚ ਕਿਤੇ ਨਠ ਜਾਈਐ ਹਾਂ, ਮਰਨਾ ਦੇ ਸੱਚ ਹੀ ਹੈ, ਭਾਵੇਂ ਜਿੱਥੇ ਮਰਜ਼ੀ ਦੌੜ ਜਾਓ। ਮੂਸਾ ਭੱਜਿਆ ਮੌਤ ਤੋਂ, ਅੱਗੇ ਮੌਤ ਖੜੀ,
ਜਿੱਥੇ ਜਾਵਾਂਗੇ ਮੌਤ ਉੱਥੇ ਹੀ ਆ ਜਾਣੀ ਹੈ। ਹਾਂਜੀ, ਸਿੱਖਨ ਕਾਜ ਸੋ ਗੁਰੂ ਹਮਾਰੇ, ਸਾਡੇ ਗੁਰੂ ਨੇ, ਗੁਰੂ ਕਲਗੀਧਰ ਜੀ ਨੇ ਸੀਸ ਦਿਓ ਨਿਜ ਸਨ ਪਰਵਾਰੇ। ਸਾਡੇ ਵਾਸਤੇ ਆਪਣਾ ਪਰਿਵਾਰ ਵਾਰਿਆ, ਸਾਰਾ ਪਰਿਵਾਰ ਹੀ ਸਰਬੰਸਦਾਨੀ ਕਲਗੀਧਰ ਜੀ ਨੇ ਵਾਰ ਦਿੱਤਾ ਹੈ। ਚਾਰੇ ਪੁੱਤਰ ਜਾਨ ਕੁਹਾਏ, ਸਤਿਗੁਰੂ ਜੀ ਨੇ ਆਪਣੇ ਚਾਰੇ ਪੁੱਤਰ ਸ਼ਹੀਦ ਕਰਾਤੇ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਛੋਟੇ ਛੋਟੇ ਸਨ, ਬਾਬਾ ਅਜੀਤ ਸਿੰਘ ਜੁਝਾਰ ਸਿੰਘ ਵੱਡੇ ਸਨ, ਉਹ ਚਾਰੇ ਹੀ ਸ਼ਹੀਦ ਹੋ ਗਏ। ਸੋ ਚੰਡੀ ਕੀ ਭੇਟ ਕਰਾਏ। ਇਹ ਚਾਰੇ ਪੁੱਤਰ ਚੰਡੀ ਦੀ ਭੇਟ ਹੋ ਗਏ। ਚੰਡੀ ਦੀ ਭੇਟ ਹੈ ਵੀ ਜੰਗ ਦੇ ਵਿੱਚ, ਜਾਂ ਚੰਡੀ ਨਾਮ ਉਹ ਸ਼ਕਤੀ ਦਾ ਜਿਹੜੀ ਜੰਗ ਵਿੱਚ ਵਰਤਦੀ ਹੈ ਖਾਲਸਾ ਜੀ, ਜਿੱਥੇ ਢਾਲਾਂ ਤਲਵਾਰਾਂ ਖੜਕਦੀਆਂ ਮੌਤ ਦੀ। ਇਹ ਚੰਡੀ ਦੀ ਭੇਟ ਹੋਏ ਚਾਰੇ ਹੀ, ਦੋ ਤਾਂ ਚਮਕੌਰ ਦੀ ਗੜੀ ਵਿੱਚ ਤੇ ਦੋ ਜ਼ਾਲਮਾਂ ਨੇ ਸਰਹੰਦ ਦੀਆਂ ਨੀਹਾਂ ਵਿੱਚ ਜਣ ਕੇ ਸ਼ਹੀਦ ਕਰ ਦਿੱਤੇ। ਹਮ ਕਾਰਨ ਗੁਰਕੁਲ ਹੈ ਗਵਾਈ। ਅਸੀਂ ਆਪਣੀ ਕੁਲ ਕਿਵੇਂ ਬਚਾਈਏ? ਸਾਡੇ ਵਾਸਤੇ ਸਾਡੇ ਗੁਰੂ ਨੇ ਆਪਣੀ ਕੁਲ ਨਹੀਂ ਬਚਾਈ। ਹਮ ਕਾਰਨ ਗੁਰਕੁਲ ਹੈ ਗਵਾਈ। ਗੁਰੂ ਨੇ ਸਾਡੇ ਵਾਸਤੇ ਆਪਣੀ ਕੁਲ ਸ਼ਹੀਦ ਕਰਵਾ ਦਿੱਤੀ, ਆਪਣੇ ਬੱਚੇ ਸ਼ਹੀਦ ਕਰਾ ਦਿੱਤੇ। ਹਮ ਕੁਲ ਰਾਖੈ ਕੌਣ ਵਡਾਈ। ਹੁਣ ਅਸੀਂ ਆਪਣੀ ਕੁਲ ਰੱਖ ਲਈਏ, ਫਿਰ ਸਾਡੀ ਇਹਦੇ 'ਚ ਕਿਹੜੀ ਵਡਿਆਈ ਵਾਲੀ ਗੱਲ ਹੋਵੇਗੀ? ਸਾਡੀ ਕਿਹੜੀ ਏਡੀ ਵੱਡੀ ਕੁਲ ਹੈ? ਉਹ ਤੇ ਗੁਰੂ ਦੀ ਕੁਲ ਸੀ, ਬੜੀ ਮਹਾਨ ਸੀ। ਅਵਤਾਰਾਂ ਦੇ ਪੁੱਤਰ ਵੀ ਮਹਾਨ ਹੁੰਦੇ ਆ, ਤੇ ਉਹਨਾਂ ਨੇ ਆਪਣੇ ਮਹਾਪੁਰਸ਼ਾਂ ਨੇ, ਅਵਤਾਰਾਂ ਨੇ ਆਪਣੇ ਪੁੱਤਰ ਸ਼ਹੀਦ ਕਰਾ ਦਿੱਤੇ। ਸਾਡੇ ਪੁੱਤਰ ਤਾਂ ਸਾਡੇ ਵਰਗਿਆਂ ਦੇ ਲੱਖਾਂ ਹੀ ਨੇ, ਅਸੀਂ ਆਪਣਾ ਪੁੱਤਰ ਕਿਉਂ ਬਚਾਈਏ? ਐਸੇ ਔਰ ਬਾਤ ਬੋ ਪਈ। ਇਹੋ ਜਿਹੀਆਂ ਗੱਲਾਂ ਜਦੋਂ ਸੁਣੀਆਂ ਨਵਾਬ ਚਿਤ ਤਬ ਐਸੇ ਆਈ। ਤਾਂ ਨਵਾਬ ਦੇ ਮਨ ਵਿੱਚ ਇਸ ਤਰ੍ਹਾਂ ਦਾ ਖਿਆਲ ਆਇਆ ਯਹ ਪੁੱਤਰ ਸਮਝਾਵੈ ਐਸੇ। ਕਿ ਇਹ ਆਪਣੇ ਪੁੱਤਰ ਨੂੰ ਸਮਝਾ ਰਿਹਾ, ਇਹੋ ਜੀ ਪੱਟੀ ਪੜਾ ਰਿਹਾ ਕਿ ਇਹਦਾ ਪੁੱਤਰ ਅੜੀਅਲ ਬਣਿਆ ਹੋਇਆ ਹੈ। ਸੋ ਦਿੜ ਹੋਵੈ ਮੁੜੇ ਨਾ ਜੈਸੇ। ਇਹੋ ਜੀ ਆਪਣੇ ਬੱਚੇ ਨੂੰ ਸਿੱਖਿਆ ਦਿੰਦਾ ਵੀ ਬੱਚਾ ਸਿੱਖੀ 'ਚ ਹੋਰ ਪੱਕਾ ਹੁੰਦਾ ਜਾ ਰਿਹਾ, ਉਹ ਮੁੜ ਨਹੀਂ ਰਿਹਾ ਪਿੱਛੇ। ਜਾਂ ਤੇ ਜੁਦੋਂ ਸੋ ਬੇਟਾ ਕਰੋ। ਇਸ ਕਰਕੇ ਪਿਓ ਪੁੱਤਰਾਂ ਨੂੰ ਵੱਖਰਾ ਵੱਖਰਾ ਕਰ ਦਿਓ, ਵੱਖਰੀ ਵੱਖਰੀ ਜੇਲ੍ਹ 'ਚ ਬੰਦ ਕਰ ਦਿਓ, ਹਵਾਲਾਤ ਵਿੱਚ। ਡਰਾਏ ਮਾਰ ਵਿੱਚ ਦੀਨੇ ਪਰੋ। ਦੋਵਾਂ ਨੂੰ ਵੱਖਰੇ ਵੱਖਰੇ ਤਸੀਹੇ ਦਿੱਤੇ ਜਾਣ, ਪਿਓ ਨੂੰ ਵੱਖਰੇ, ਪੁੱਤਰ ਨੂੰ ਵੱਖਰੇ। ਦੁਖੀ ਹੋਤ ਜਬ ਬਹੁਤ ਸਰੀਰ। ਜਦੋਂ ਉਹ ਲੜਕਾ ਨੌਜਵਾਨ ਹੈ, ਬੱਚਾ ਹੈ, ਉਹਨੂੰ ਤਸੀਹੇ ਮਿਲਣਗੇ, ਦੁਖੀ ਹੋਵੇਗਾ। ਭੂਲ ਜਾਤ ਹੈ ਗੁਰੂਆ ਪੀਰ। ਜਦੋਂ ਬੰਦੇ ਨੂੰ ਮਾਰ ਪੈਂਦੀ, ਉਹਨੂੰ ਗੁਰੂ ਪੀਰ ਆਪੇ ਹੀ ਭੁੱਲ ਜਾਂਦੇ ਆ। ਦੇਵੋ ਦੁਖ ਵੈ ਬਹੁਤ ਸਰੀਰ। ਉਸ ਬੱਚੇ ਨੂੰ ਦੁੱਖ ਦਈਏ, ਤਸੀਹੇ ਦਈਏ ਬਹੁਤ, ਜੋ ਮੰਗੇ ਸੋ ਦੇਹੋ ਜੰਗੀਰ। ਔਰ ਲਾਲਚ ਵੀ ਦਈਏ ਉਹਨੂੰ ਵੀ ਜਗੀਰਾਂ ਮਿਲਣਗੀਆਂ ਤੈਨੂੰ, ਤੇਰੇ ਨਵਾਬਾਂ ਦੇ ਘਰ ਤੇਰੀ ਸ਼ਾਦੀ ਕਰਾਂਗੇ, ਇਦਾਂ ਦੇ ਲਾਲਚ ਦਈਏ। ਤਬ ਤਿਸ ਦੇਨ ਲਗੇ ਬਹੁਤ ਦੁੱਖ। ਉਸ ਲੜਕੇ ਨੂੰ ਬਹੁਤ ਤਸੀਹੇ ਦੇਣ ਲੱਗ ਪਏ ਵੱਖਰਾ ਕਰਕੇ। ਟਾਂਗੈ ਖਿੰਚੈ ਕੁੱਟੈ ਮੁਖ। ਉਹਦੀਆਂ ਲੱਤਾਂ ਖਿੱਚਦੇ ਆ, ਘੜੀਸਦੇ ਆ, ਉਹਨੂੰ ਮਾਰਦੇ ਆ, ਚਪੇੜਾ ਮਾਰਦੇ ਆ, ਪੁੱਠਾ ਟੰਗਦੇ ਆ, ਛਮਕਾ ਮਾਰਦੇ ਆ। ਇੱਕ ਟੰਗ ਫੜ ਤਿਸੈ ਕੁਮਾਵੈ। ਇੱਕ ਟੰਗ ਤੋਂ ਫੜ ਕੇ ਘੁਮਾਉਂਦੇ ਆ ਉਹਨੂੰ, ਬੜਾ ਭਾਰੀ ਤਸੀਹਾ ਦਿੰਦੇ ਆ, ਚਰਖੜੀ ਚਾੜ ਚਾੜ ਕੇ। ਬਾਹ ਫਿਰ ਪਿਛੈ ਗਿਰਾਵੈ। ਬਾਹਾਂ ਪਿੱਛੇ ਕਰਕੇ ਰੱਸਾ ਪਾ ਕੇ ਟੰਗ ਛੱਡਦੇ ਆ ਪੁੱਠਾ। ਕੋਈ ਦੰਤਨ ਨਖਨ ਚੁਬਾਵੈ। ਕੋਈ ਆਉਂਦੇ ਜਾਂਦੇ ਚੁੰਡੀ ਮਾਰ ਦਿੰਦਾ, ਕੋਈ ਸੋਟੀ ਮਾਰ ਜਾਂਦਾ ਹੈ, ਕੋਈ ਉਹਨੂੰ ਹੋਰ ਦੁੱਖ ਦਿੰਦਾ ਹੈ। ਉਲਟੋ ਸੁਲਟੋ ਕਰੈ ਸੰਤਾਵੈ। ਉਲਟੇ ਸੁਲਟੇ ਬਚਨ ਵੀ ਕਹਿੰਦੇ ਆ ਤੇ ਸੰਤਾਪ ਦਿੰਦੇ ਆ ਬੱਚੇ ਨੂੰ। ਖੇਚੈ ਨਾਗ ਕਾਨ ਦੁਖ ਦੇਹ। ਕਦੀ ਉਹਦਾ ਕੰਨ ਮਰੋੜ ਦਿੰਦੇ ਆ, ਕਦੀ ਨੱਕ ਮਰੋੜ ਦਿੰਦੇ ਆ, ਕਦੀ ਸਾਹ ਬੰਦ ਕਰ ਦਿੰਦੇ ਆ। ਦੰਤ ਯਹ ਤੋੜ ਸੋ ਲੇਹ। ਕਦੀ ਉਹਦਾ ਦੰਦ ਤੋੜ ਦਿੰਦੇ ਆ, ਤਕਲੀਫ ਦਿੰਦੇ ਆ ਬੱਚੇ ਨੂੰ। ਕਉ ਕਹਿ ਯਹ ਮਾਚਲ। ਕੋਈ ਕਹਿੰਦੇ ਮਚਲਾ ਹੈ, ਇਹ ਕੁੱਟ ਖਾਈ ਜਾਂਦਾ, ਬੜਾ ਮਚਲਾ ਹੈ। ਹਾਂਜੀ, ਉਤਾਰ ਲਿਓ ਅਬ ਯਾ ਕੀ ਖਲ। ਇਹਦੀ ਖਲ ਲਾਓ ਪੁੱਠੀ, ਤਾਂ ਇਹ ਸਿੱਧਾ ਹੋਵੇਗਾ। ਇਹਨੂੰ ਪੁੱਠਾ ਟੰਗ ਕੇ ਦੀ ਖਲ ਲਾ ਦਿਓ। ਐਸੇ ਦੁੱਖ ਕਹਾਂ ਲੋ ਗਣੀਏ। ਇਸ ਤਰ੍ਹਾਂ ਦੇ ਉਹ ਸਿਪਾਹੀ ਜਿਹੜੇ ਨੇ ਤੁਰਕਾਂ ਦੇ ਜਲਾਦ ਭਾਈ ਸੁਹਾਬਾਨ ਸਿੰਘ ਨੂੰ ਦੁੱਖ ਦਿੰਦੇ ਬੜੇ ਭਾਰੀ। ਜਿਤਨੇ ਤਿਨਕੇ ਦਿੱਤੇ ਭਣੀਏ। ਉਹਨਾਂ ਨੇ ਜਿੰਨੇ ਕੁ ਦੁੱਖ ਦੇ ਸਕਦੇ ਸੀ ਉਸ ਬੱਚੇ ਨੂੰ ਦਿੱਤੇ। ਭੁੱਖਾ ਵੀ ਰੱਖਿਆ, ਪੁੱਠਾ ਵੀ ਟੰਗਿਆ, ਮਾਰਿਆ ਕੁੱਟਿਆ ਵੀ, ਦੰਦ ਵੀ ਤੋੜ ਦਿੱਤੇ, ਕੰਨ ਨੱਕ ਵੀ ਮਰੋੜਦੇ ਰਹੇ, ਬਾਹਾਂ ਮਰੋੜਦੇ, ਉਂਗਲਾਂ ਮਰੋੜ ਦਿੰਦੇ। ਜਦੋਂ ਨੀਂਦ ਆਉਂਦੀ ਉਹਨੂੰ ਸੌਣ ਨਹੀਂ ਦਿੰਦੇ।
ਇਦਾਂ ਤਸੀਹੇ ਦੇ ਦੇ ਕੇ ਮਾਰਦੇ, ਰਾਤ ਨੂੰ 12-12 1-1 ਵਜੇ ਖੜਾ ਕਰਕੇ ਉਠਾ ਕੇ ਕੁੱਟਣ ਲੱਗ ਜਾਂਦੇ, ਸਾਰੀ ਸਾਰੀ ਰਾਤ ਪਰੇਸ਼ਾਨ ਕਰਦੇ। ਕਹਿ ਨਵਾ ਫਿਰ ਚਰਖੜੀ ਚੜਾਵੋ, ਹੁਣ ਨਵਾਬ ਕਹਿਣ ਲੱਗਾ ਇਹਨੂੰ ਚਰਖੜੀ ਚਾੜ ਹੋਏ, ਇਦਾਂ ਸਿੱਧਾ ਨਹੀਂ ਹੁੰਦਾ ਲੜਕਾ, ਡਾਰ ਯਹ ਕੀ ਜਾਣ ਗਵਾਵੋ। ਇਹਨੂੰ ਮਾਰੋ ਪਹਿਲਾਂ, ਫਿਰ ਇਹਦਾ ਪਿਓ ਆਪੇ ਹੀ ਮੰਨੇਗਾ। ਦੋਹਰਾ ਦੇਤ ਦੁਖ ਸੋ ਥਕ ਗਇਓ, ਰਹਿਓ ਨ ਔਰ ਉਪਾਏ। ਦੁੱਖ ਦੇ ਦੇ ਕੇ ਥੱਕ ਗਏ, ਕੋਈ ਹੀਲਾ ਨਾ ਰਿਹਾ ਜਦੋਂ। ਤਬ ਬਾਲਕ ਵੀ ਚੁੱਪ ਪਇਓ, ਗਸੀ ਪਰੀ ਤਿਸ ਆਏ। ਉਹ ਬੱਚਾ ਬੇਹੋਸ਼ ਹੋ ਕੇ ਡਿੱਗ ਪਿਆ। ਤਬ ਚੰਡਾਲ ਉਹ ਆਣ ਪ੍ਰਕਾਰਾ, ਤੁਰਕਾਂ ਨੇ ਫਿਰ ਬੇਹੋਸ਼ ਹੋਏ ਨੂੰ ਹੋਸ਼ ਚ ਲਿਆ ਕੇ ਆਖਿਆ। ਅਬ ਪਇਓ ਬਾਲਕ ਮਰਨੇ ਵਾਰਾ। ਸਰਕਾਰ ਨੂੰ ਦੱਸਿਆ ਵੀ ਉਹ ਤਾਂ ਮਰਨ ਲੱਗਾ, ਲੜਕੇ ਦੀ ਤਾਂ ਮੌਤ ਹੋਣ ਲੱਗੀ ਆ, ਉਹ ਤਾਂ ਬੇਹੋਸ਼ ਹੋ ਗਿਆ। ਸੁਬੇਗ ਸਿੰਘ ਸੁਣ ਹੋਇਓ ਰਾਜੀ। ਜਦੋਂ ਪਤਾ ਲੱਗਾ ਵੀ ਸੁਬੇਗ ਸਿੰਘ ਨੂੰ ਆ ਕੇ ਦੱਸਿਆ ਵੀ ਤੇਰਾ ਪੁੱਤਰ ਤੇ ਮਰਨ ਲੱਗਾ, ਤੇਰੇ ਪੁੱਤਰ ਦਾ ਤਾਂ ਅਖੀਰਲਾ ਸਵਾਸ ਹੈ, ਉਹਨੇ ਆਖਿਆ ਸ਼ੁਕਰ ਹੈ ਮਹਾਰਾਜ ਦਾ, ਆਖੋ ਸ੍ਰੀ ਵਾਹਿਗੁਰੂ। ਰਾਜੀ ਹੋਇਆ, ਕਹਿੰਦਾ ਚਲੋ ਸਿੱਖੀ ਦਾ ਨਿਭ ਜਾਵੇ ਉਹਦੀ। ਸਤਿਗੁਰ ਰਾਖੀ ਹਮਰੀ ਲਾਜੀ। ਸਤਿਗੁਰਾਂ ਨੇ ਸਾਡੀ ਲਾਜ ਰੱਖ ਲਈ ਹੈ, ਮੇਰਾ ਬੱਚਾ ਮੁਸਲਮਾਨ ਤਾਂ ਨਹੀਂ ਬਣਿਆ। ਧਨ ਪੁੱਤਰ ਤਬ ਧਨ ਹੈ ਜਨਨੀ। ਕਹਿਣ ਲੱਗਾ ਪੁੱਤਰ ਤੂੰ ਧਨ ਹੈ, ਤੇਰੀ ਮਾਂ ਵੀ ਧਨ ਹੈ। ਰਹਿਓ ਧਰਮ ਅਬ ਹਮਰੋ ਬਨਨੀ। ਸਾਡਾ ਧਰਮ ਨਿਭ ਗਿਆ, ਮੈਨੂੰ ਇਹ ਖਤਰਾ ਸੀ ਮੇਰਾ ਪੁੱਤਰ ਨਾ ਮੁਸਲਮਾਨ ਬਣ ਜਾਵੇ। ਸੁਬੇਗ ਸਿੰਘ ਕੋ ਸੋਚਤ ਆਇਓ। ਇਸ ਤਰ੍ਹਾਂ ਸੁਬੇਗ ਸਿੰਘ ਦੇ ਚਿੱਤ 'ਚ ਬਚਨ ਆਇਆ। ਕਿਸੇ ਬਾਪ ਨੇ ਪੁੱਤਰ ਚਿਰਾਇਓ। ਸੋ ਕਹਿੰਦੇ ਕਿਸੇ ਪਾਪ ਕਰਕੇ ਪੁੱਤਰ ਦਾ ਦੁੱਖ ਸੀਗਾ ਕੱਟਿਆ ਗਿਆ ਹੈ, ਚਿਰਾਇਓ ਭਾਵ ਚ ਰੱਖੜੀ ਦੇ ਚਾੜ ਕੇ ਮਾਰਿਆ ਹੈ। ਤਬ ਨਵਾਬ ਨੇ ਨੀਰ ਮੰਗਾਇਓ। ਉਹ ਬੱਚਾ ਜੇ ਬੇਹੋਸ਼ ਸੀਗਾ, ਮਰਿਆ ਨਹੀਂ ਸੀ, ਦੂਜੇ ਪਾਸੇ ਸੀ ਪਿਓ, ਦੂਜੇ ਪਾਸੇ ਸੀ। ਪਿਓ ਨੂੰ ਤਾਂ ਖਬਰ ਦਿੱਤੀ ਵੀ ਤੇਰਾ ਪੁੱਤਰ ਮਰਨ ਲੱਗਾ ਹੈ, ਪਰ ਉਧਰੋਂ ਉਹਨੂੰ ਮਰਨ ਨਹੀਂ ਦਿੱਤਾ, ਉਹਦੇ ਮੂੰਹ ਤੇ ਪਾਣੀ ਦੇ ਛੱਟੇ ਮਾਰ ਲਏ। ਕੋ ਛਿੜਕਿਓ ਕਿਛ ਮੁਕਤਿਸ ਪਾਇਓ। ਉਹਦੇ ਮੂੰਹ 'ਚ ਪਾਣੀ ਪਾਇਆ, ਕੁਝ ਅੱਖਾਂ ਦੇ ਛੱਟੇ ਮਾਰੇ। ਤਬ ਕੁਛ ਜੀਵ ਦੇਹ ਮੈਂ ਆਇਆ। ਉਹ ਬੱਚੇ ਦੀ ਥੋੜੀ ਜਿਹੀ ਚੇਤਨਾ ਆ ਗਈ, ਭਾਵ ਥੋੜਿਆ ਹੋਸ਼ ਆ ਗਈ ਉਹਨੂੰ। ਦੇ ਕੇ ਦਲਾਸਾ ਤਬੈ ਬੁਲਾਏ। ਫਿਰ ਉਹਨਾਂ ਅਫਸਰਾਂ ਨੇ ਪਿਆਰ ਨਾਲ ਗੱਲਾਂ ਕਰਨੀ ਸ਼ੁਰੂ ਕਰਤੀਆਂ। ਪੁੱਤਰ ਕਾਕਾ ਪਾਣੀ ਪੀ ਲੈ, ਕੀ ਹੋਇਆ ਤੈਨੂੰ? ਇਦਾਂ ਦੀਆਂ ਗੱਲਾਂ ਮਿੱਠੀਆਂ ਮਿੱਠੀਆਂ ਕਰਨ ਲੱਗ ਪਏ, ਬੜੇ ਚਾਲਬਾਜ਼ ਸਨ। ਬੋਲੀ ਬਦਲ ਲਈ। ਅਬ ਤੁਮ ਜਨਮ ਪਇਓ ਹੈ ਨਇਓ। ਕਾਕਾ ਹੁਣ ਤੇਰਾ ਨਵਾਂ ਜਨਮ ਹੋਇਆ, ਦੁਬਾਰਾ ਖੁਦਾ ਨੇ, ਅੱਲਾ ਨੇ ਤੈਨੂੰ ਪ੍ਰਾਣ ਦਿੱਤੇ। ਨਹੀਂ ਦੋਸ਼ ਤੁਧ ਦੀਨ ਬਚਾਇਓ। ਤੈਨੂੰ ਤੇਰਾ ਕੋਈ ਦੋਸ਼ ਨਹੀਂ, ਜੋ ਤੈਨੂੰ ਤੇਰੇ ਪਿਓ ਨੇ ਸਿੱਖਿਆ ਦਿੱਤੀ ਹੈ ਨਾ ਪੁੱਠੀ, ਉਹਦੇ ਕਰਕੇ ਤੈਨੂੰ ਇਹ ਕਸ਼ਟ ਪੈਣਾ ਭੋਗਣਾ ਪਿਆ। ਮੁਸਲਮਾਨ ਹਿੰਦੂ ਜੋ ਪੈ। ਜੋ ਮੁਸਲਮਾਨ ਬਣ ਜਾਂਦਾ ਹਿੰਦੂ। ਨਵਾਬ ਮੰਗਾਏ ਖੜੇ ਟਿਗ ਕੈ। ਉਹਨੂੰ ਨਵਾਬ ਆਪਣੇ ਕੋਲ ਉੱਚੇ ਅਹੁਦਿਆਂ ਤੇ ਰੱਖਦਾ ਹੈ। ਤਿੰਨ ਬਾਲਕੋ ਬਾਤਨ ਲਾਇਆ। ਬੱਚੇ ਨੂੰ ਗੱਲਾਂ 'ਚ ਲਾ ਲਿਆ ਤੁਰਕਾਂ ਨੇ। ਮੁਸਲਮਾਨ ਤਿਨ ਕੌਣ ਕਹਾਇਆ। ਮੁਸਲਮਾਨ ਬਣ ਜਾ ਤੂੰ। ਏਦਾਂ ਉਹਨੂੰ ਮਨਾਉਂਦੇ ਰਹੇ। ਹੁਣ ਦੁੱਖਾਂ ਨਾਲ ਤਾਂ ਉਹਦਾ ਸਰੀਰ ਚੂਰ ਹੋਇਆ ਪਿਆ ਸੀ। ਉਸ ਲੜਕੇ ਦੇ ਮੂੰਹ ਤੋਂ ਹਾਂ ਨਿਕਲ ਗਈ, ਕਹਿੰਦਾ ਠੀਕ ਹੈ ਮੈਂ ਮੁਸਲਮਾਨ ਬਣ ਜਾਂਦਾ। ਖੁਸ਼ੀ ਹੋਈ ਬੜੀ, ਬੜੇ ਪ੍ਰਸੰਨ ਹੋਏ। ਕਹਿਣ ਲੱਗੇ ਬੁਲਾਓ ਉਹਨੂੰ, ਸੁਬੇਗ ਸਿੰਘ ਨੂੰ। ਸੁਬੇਗ ਸਿੰਘ ਤੇਰਾ ਪੁੱਤਰ ਤਾਂ ਰਾਜੀ ਹੋ ਗਿਆ, ਉਹ ਮੁਸਲਮਾਨ ਬਣਨਾ ਮੰਨ ਗਿਆ। ਭਾਈ ਸੁਬੇਗ ਸਿੰਘ ਕਹਿੰਦੇ ਜੇ ਉਹ ਮੰਨ ਗਿਆ ਤੇ ਮੈਨੂੰ ਮਿਲਾਓ, ਹੋ ਸਕਦਾ ਮੈਂ ਵੀ ਮੰਨ ਜਾਵਾਂ। ਬੱਚਾ ਨੇੜੇ ਆਇਆ, ਭਾਈ ਸੁਬੇਗ ਸਿੰਘ ਨੇ ਨੇੜੇ ਕਰਕੇ ਮੱਥੇ ਤੇ ਹੱਥ ਰੱਖਿਆ, ਇਦਾਂ ਫੇਰ ਦਿੱਤਾ। ਕਈ ਜਗ੍ਹਾ ਤੇ ਲਿਖਿਆ ਵੀ ਚਰਨਾਂ ਦਾ ਜੋੜਾ ਫੇਰ ਦਿੱਤਾ ਜਾਂ ਹੱਥ ਫੇਰ ਦਿੱਤਾ। ਏਦਾਂ ਹੱਥ ਫੇਰ ਕੇ ਕਹਿੰਦੇ ਹੁਣ ਪੁੱਛੋ ਇਹਨੂੰ। ਹੁਣ ਪੁੱਛਿਆ ਕਾਕਾ ਮੁਸਲਮਾਨ ਬਣਨਾ ਚਾਹੁੰਦਾ? ਉਹ ਕਹਿੰਦਾ ਖਬਰਦਾਰ ਜੇ ਮੁਸਲਮਾਨ ਬਣਨ ਦਾ ਨਾਂ ਲਿਆ ਤੇ। ਉਹ ਕਹਿੰਦੇ ਸੁਬੇਗ ਸਿੰਘ ਤੂੰ ਕੀ ਜਾਦੂ ਕੀਤਾ? ਕਹਿੰਦਾ ਜਾਦੂ ਨਹੀਂ, ਇਹਦੇ ਕਰਮਾਂ 'ਚ ਕਿਸੇ ਜਨਮ ਦਾ ਲੇਖ ਸੀਗਾ ਮੁਸਲਮਾਨ ਬਣਨ ਦੀ ਹਾਂ ਕਰਨ ਦਾ, ਉਹ ਮੈਂ ਲੇਖ ਹੀ ਮਿਟਾ ਦਿੱਤਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਖਾਲਸੇ 'ਚ ਬੇਅੰਤ ਸ਼ਕਤੀਆਂ, ਖਾਲਸਾ ਸਭ ਕੁਝ ਕਰ ਸਕਦਾ। ਭਾਈ ਸੁਬੇਗ ਸਿੰਘ ਕਹਿੰਦੇ ਅਸੀਂ ਉਹ ਲੇਖ ਹੀ ਮਿਟਾ ਦਿੱਤਾ, ਮੱਥੇ ਤੇ ਲਿਖਿਆ ਸੀਗਾ ਬਣਨ ਦਾ। ਹੁਣ ਨਹੀਂ ਇਹ ਹਾਂ ਕਰੇਗਾ, ਜਿੰਨੇ ਮਰਜ਼ੀ ਤਸੀਹੇ ਦੇਈ ਜਾਓ। ਫਿਰ ਪੁੱਤਰ ਵੀ ਸ਼ਹੀਦ ਕੀਤਾ ਤੇ ਪਿਓ ਵੀ ਸ਼ਹੀਦ ਕੀਤਾ। ਲੰਮੀ ਕਥਾ ਹੈ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸੋ ਖਾਲਸਾ ਜੀ
ਇਹ ਹੁਣ ਕਥਾ ਅੱਜ ਇੱਥੇ ਸਮਾਪਤੀ ਕਰ ਰਹੇ ਹਾਂ ਕਿਉਂਕਿ